एक साल लगभग जून 2022 तक 21 मई तो लैके 22 तक रही। वो एक साल जिहड़ा इन्हें तसद्दद झल्लिया उत्थे इन्हां दे बॉडी ते नील कुट्टना रोज़ दा नित दा काम हो गया सी। जदों ये किते प्रैगनेंट हुई प्रैगनेंसी दे दौरान भी भाजी तुहानूं मैं एक बड़ी हैरानी वाली गल दसदा भी लत्तां नाल इन्हां दा हसबैंड इन्हां नूं कुੱਟਦਾ। 2022 ਦੇ ਵਿੱਚ ਇਹ ਇੱਕ ਰਿਪਰੈਜ਼ੈਂਟੇਸ਼ਨ ਦਿੰਦੇ ਨੇ SSP ਮੁਕਤਸਰ ਨੂੰ ਕੁਰੈਲਟੀ ਜਿਹਨੂੰ ਅਸੀਂ 498 406 ਦਾ ਕੰਪਲੇਂਟ ਦਿੱਤੀ। ਵੂਮਨ ਸੈੱਲ ਨੂੰ ਮਾਰਕ ਹੁੰਦੀ ਏ ਰਿਪੋਰਟ ਚਲਦੀ ਇਹਨੇ ਸਾਰਾ ਐਵੀਡੈਂਸ ਦਿੱਤਾ ਬਟ ਕੋਈ ਸੁਣਵਾਈ ਨਹੀਂ। 11/8 ਨੂੰ ਸਾਡੀ ਜਿਹੜੀ ਉਹ ਪੁਲਿਸ ਸਾਡੀ ਪੇਸ਼ੀ ਸੀ ਹਾਈ ਕੋਰਟ 'ਚ ਮੈਂ ਇਹਨਾਂ ਵੱਲੋਂ ਪੇਸ਼ ਹੋਇਆ ਬ੍ਰਦਰ ਨਾਲ ਸੀ। ਅਸੀਂ ਪ੍ਰੈਜ਼ੈਂਟ ਕੀਤਾ ਸੀ ਦੱਸਿਆ ਜੀ ਕਿ ਇਸ ਕੇਸ ਦੇ ਵਿੱਚ ਸਟੇਟ ਵੱਲੋਂ ਇੱਕ ਸਟੇਟਸ ਰਿਪੋਰਟ ਫਾਈਲ ਕੀਤੀ ਗਈ ਜਿਹਦੇ 'ਚ ਇਹ ਕਹਿ ਦਿੱਤਾ ਗਿਆ ਕਿ ਇਹਦੇ ਵਿੱਚ ਕੋਈ ਵੀ ਦੋਸ਼ ਸਾਬਤ ਨਹੀਂ ਹੁੰਦਾ ਤੇ ਅਸੀਂ ਦਾਖਲ ਦਫ਼ਤਰ ਕਰਤੀ ਤੇ ਜਿਹੜੇ ਕਿਉਂਕਿ ਨਾ ਕੋਈ ਬਿੱਲ ਕੋਈ ਸਬੂਤ ਵਗੈਰਾ ਨਹੀਂ। ਪਹਿਲਾਂ ਤਾਂ ਭੈਣ ਜੀ ਇਹਦੀ ਸ਼ਿਕਾਰ ਹੋਏ ਡੋਮੈਸਟਿਕ ਕੁਰੈਲਿਟੀ ਦਾ, ਫਿਰ ਉਸ ਤੋਂ ਬਾਅਦ ਸੈਕਿੰਡ ਜਿਹੜਾ ਸ਼ਿਕਾਰ ਹੋਏ ਉਹ ਹੋਏ ਪੁਲਿਸ ਸਟੇਸ਼ਨ। ਹੁਣ ਉਹਦਾ ਫਰਜ਼ ਇਹ ਸੀ ਵੀ ਰਸੀਦ ਹੈਂਡਓਵਰ ਕਰਦਾ। ਉਹਨੇ ਕੀਤਾ ਕਿ ਇਹਨਾਂ ਦੇ ਦੋਵੇਂ ਮਦਰ ਫਾਦਰ ਦੋਵੇਂ ਨਾਲ ਸੀਗੇ। ਭੈਣ ਜੀ ਆਪਣੀ ਜ਼ੁਬਾਨ ਤੋਂ ਤੁਹਾਨੂੰ ਗੱਲ ਦੱਸਣਗੇ ਪਰ ਮੇਰੇ ਵਾਸਤੇ ਬਹੁਤ ਇੱਕ ਇਟਸ ਰੀਅਲੀ ਵੈਰੀ ਸ਼ੇਮਫੁਲ ਐਕਟ ਔਨ ਦੀ ਪਾਰਟ ਆਫ ਦੀ ਪੁਲਿਸ ਆਫ ਜਿਹੜਾ ਇਨਵੈਸਟੀਗੇਟਿੰਗ ਆਫਿਸਰ ਸੀ ਵੀ ਉਹਨਾਂ ਨੇ ਅਬਿਊਜ਼ਿਵ ਲੈਂਗੁਏਜ ਯੂਜ਼ ਕੀਤੀ। ਭੈਣ ਜੀ ਨਾਲ ਨੂੰ ਇੱਥੋਂ ਤੱਕ ਬਲੰਗੀਆਂ ਗਾਲਾਂ ਪੰਜਾਬੀ 'ਚ ਕੱਢੀਆਂ ਮਾਵਾਂ ਭੈਣਾਂ ਦੀਆਂ ਔਰ ਉਸ ਤੋਂ ਬਾਅਦ ਉਹਨੇ ਇੱਥੋਂ ਤੱਕ ਇਹਨਾਂ ਨੂੰ ਮਤਲਬ ਆਪਾਂ ਬੇਇੱਜ਼ਤ ਕੀਤਾ ਕਿ ਸਪੈਸੀਫਿਕਲੀ ਵਰਡ ਯੂਜ਼ ਕੀਤੇ ਮਦਰ ਇਜ਼ ਅ ਵੈਰੀ ਰਿਸਪੈਕਟੇਬਲ। ਉਹਨਾਂ ਨੂੰ ਕਹਿੰਦਾ ਤੁਸੀਂ ਭੌਂਕਦੇ ਕਿਉਂ, ਤੁਸੀਂ ਭੌਂਕਣਾ ਕਦੋਂ ਬੰਦ ਕਰੋਗੇ। ਉਹਨੇ ਇੱਕ ਹੋਰ ਸਪੈਸ਼ਲ ਗੱਲ ਕਹੀ ਕਹਿੰਦਾ ਕਿਹੜੇ ਚਲੋ ਅਸੀਂ ਤਾਂ ਇੱਕ ਲਾਇਰਸ ਹਾਂ ਜੀ ਸਾਡਾ ਮਾਮਲਾ ਤਾਂ ਸਿਰਫ ਕੇਸ ਪ੍ਰੈਜ਼ੈਂਟ ਕਰਨ ਦਾ। ਉਹ ਕਹਿੰਦਾ ਮੈਂ ਆਪੀ ਹਾਈ ਕੋਰਟ ਦੇ ਵਿੱਚ ਜਾ ਕੇ ਅਸੀਂ ਆਪਣੇ ਤਰੀਕੇ ਨਾਲ ਹੀ ਅਸੀਂ ਜਵਾਬ ਦੇ ਦਾਂਗੇ। ਕਹਿੰਦਾ ਅਸੀਂ ਤਾਂ ਕਹਿੰਦਾ ਵੀ ਜੇ ਸੱਚ ਪੁੱਛਦੇ ਹੋ ਸਾਡੇ ਵਾਸਤੇ ਸਾਡੇ ਜੁਡੀਸ਼ੀਅਲ ਆਫੀਸਰ ਮਾਨਯੋਗ ਸਾਡੇ ਲਈ ਉਹ ਅਸੀਂ ਇਹਨਾਂ ਨੂੰ ਮਾਈ ਲੋਰਡਸ ਕਹਿੰਦੇ ਆ, ਅਸੀਂ ਸਾਡੇ ਲਈ ਉਹ ਪਰਮਾਤਮਾ ਰੂਪ ਨੇ। ਉਹਨੇ ਉਹਨਾਂ ਦੇ ਖਿਲਾਫ ਵੀ ਟਿੱਪਣੀ ਕੀਤੀ ਵੀ ਅਸੀਂ ਕੋਈ ਹਾਈ ਕੋਰਟ ਦੇ ਫੈਸਲਿਆਂ ਨੂੰ ਅਸੀਂ ਕੋਈ ਖਾਸ ਨਹੀਂ ਕਰਦੇ। ਤੁਸੀਂ ਹਾਈ ਕੋਰਟ ਦੇ ਆਰਡਰਸ ਦੀ ਵੀ ਕੰਪਲੇਂਟਸ ਨਹੀਂ ਕਰਨੀ, ਤੁਸੀਂ ਉਹਨਾਂ ਨੂੰ ਵੀ ਨਹੀਂ ਮੰਨਣਾ ਤੇ ਫਿਰ ਆਮ ਬੰਦਾ ਆਮ ਨਾਗਰਿਕ ਜਿਹੜਾ ਉਹ ਕਿੱਥੇ ਖੜਾ ਹੈ। ਹੁਣ ਅਸੀਂ ਬੜੇ ਕੇਸਾਂ ਸਾਡੇ ਕੋਲ ਰੂਟੀਨ 'ਚ ਕੇਸ ਹੁੰਦੇ ਸੀ ਸੁਮਿਤ ਜੀ। ਅਸੀਂ ਕੀ ਕਰਨਾ ਅਸੀਂ DGP ਸਾਹਿਬ ਨੂੰ ਕਹਿਣਾ ਕਿ ਤੁਸੀਂ ਇਹਨਾਂ ਲੋਕਾਂ ਦੇ ਖਿਲਾਫ ਪਬਲਿਕ ਡੀਲਿੰਗ 'ਚ ਨਾ ਉਠਾਓ, ਇਹਨਾਂ ਦੇ ਖਿਲਾਫ ਐਕਸ਼ਨ ਕਰੋ। ਮੋਸਟਲੀ ਕੇਸਿਸ ਦੇ ਵਿੱਚ ਮੈਂ ਸੁਮਿਤ ਜੀ ਗੱਲ ਬੜੀ ਓਪਨ ਫਰੈਂਕ ਕਰਾਂਗਾ ਮੈਨੂੰ ਰਿਸਪੌਂਸ ਜਿਹੜਾ ਹੈ ਸਾਨੂੰ 5 ਪੈਸੇ ਵੀ ਰਿਸਪੌਂਸ ਨਹੀਂ ਮਿਲਿਆ। ਜਦੋਂ ਜਾ ਕੇ ਸਾਰਾ ਕੁਝ ਦੱਸਿਆ ਤੇ ਉਹਨਾਂ ਨੂੰ ਇੱਕ ਆਰਡਰ ਮਤਲਬ ਦਿਖਾਇਆ ਵੀ ਸਰ ਇਹ ਹਾਈ ਕੋਰਟ ਵੱਲੋਂ ਆਰਡਰ ਆ ਜੀ ਅਸੀਂ ਤੁਹਾਨੂੰ ਇਹ ਸਾਰਾ ਕੁਝ ਸਬਮਿਟ ਕਰਨਾ ਤੇ ਤੁਸੀਂ ਸਾਨੂੰ ਰਿਸੀਵਿੰਗ ਦਓਗੇ। ਉਹ ਜੀ ਇਸ ਗੱਲ ਤੋਂ ਹੀ ਮਤਲਬ ਸਾਨੂੰ ਬੋਲਣ ਲੱਗ ਪਏ ਕਹਿੰਦੇ ਨਹੀਂ ਮੈਂ ਤਾਂ ਤੁਹਾਨੂੰ ਬਿੰਦੀ ਵੀ ਨਹੀਂ ਲਾ ਕੇ ਦਿੰਦਾ, ਕਹਿੰਦੇ ਹਾਈ ਕੋਰਟ ਕੀ ਹੁੰਦਾਗਾ, ਕਹਿੰਦੇ ਮੈਂ ਆਪੇ ਕਹਿੰਦੇ ਉਹਨਾਂ ਨੂੰ ਜਵਾਬ ਦੇ ਦੂੰ। ਜਿਵੇਂ ਇਹ ਜੇ CCTV ਦੀ ਫੁਟੇਜ ਨਿਕਲਿਆ ਵੀ ਤਾਂ ਖਾਸੀ ਚੀਜ਼ਾਂ ਸਾਫ਼ ਹੋ ਜਾਣਗੀਆਂ ਯਾਨੀ ਕਿ ਇਹਨਾਂ ਨੂੰ ਵੀ ਪਤਾ ਵੀ ਜੇ CCTV ਲੱਗਿਆ ਯਾਨੀ ਕਿ ਇਹ ਝੂਠ ਦੇਖ ਕੇ ਬੋਲਦੇ ਹੋਣੇ ਜੇ ਆਪਾਂ ਇਹਨਾਂ ਦੀ ਸਾਰੀ ਗੱਲ ਨੂੰ ਸੱਚ ਨਾ ਵੀ ਮੰਨੀਏ ਤਾਂ। ਇੱਕ ਆਜ਼ਾਦੀਆ ਘੁਲਾਟੀ ਪਰਿਵਾਰ ਫਰੀडम ਫਾਈਟਰ ਇਹਨਾਂ ਦੇ ਪੜਦਾਦਾ ਜੀ ਦੇ ਨਾਮ ਕਾਮਾਗਾਟਾ ਮਾਰੂ ਜਿਹੜੀ ਇੱਕ ਮੂਵਮੈਂਟ ਚੱਲੀ ਉਹਨਾਂ ਦੇ ਨਾਮ ਦਾ ਅੱਜ ਪਿੰਡਾਂ 'ਚ ਸਕੂਲ ਚੱਲ ਰਹੇ ਨੇ +2 ਤੱਕ। ਭਾਜੀ ਸਾਡੇ ਲਈ ਇੱਕ ਬੜੀ ਸ਼ਰਮ ਵਾਲੀ ਗੱਲ ਹੈ ਸਾਡੇ ਸਿਸਟਮ ਦੀ ਕਿ ਉਸ ਪਰਿਵਾਰ ਦੀ ਧੀ ਨੂੰ ਅੱਜ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ। ਹਾਈ ਕੋਰਟ ਮਾਨਯੋਗ ਦਾ ਦਰਵਾਜ਼ਾ ਖੜਕਾਇਆ, ਮਾਨਯੋਗ ਕੋਰਟ ਨੇ ਆਰਡਰ ਕੀਤੇ ਤੇ ਥੱਲੇ ਫਿਰ ਕੰਪਲੇਂਸ ਕਰਾਉਣ ਗਈਆਂ। ਤਾਂ ਤੁਸੀਂ ਇਹ ਦੇਖੋ ਇਹਨਾਂ ਦਾ ਉਹ ਸਮਾਂ ਦੇਖੋ। ਇਹਨਾਂ ਨੇ ਮੈਨੂੰ ਦੱਸਿਆ ਕਿ ਵੀਰ ਜੀ ਜਦੋਂ ਗੱਡੀ 'ਚ ਬੈਠੀਆਂ ਤੇ ਰੋਂਦੀਆਂ ਆਈਆਂ ਮਾਵਾਂ ਧੀਆਂ ਤੇ ਜਦੋਂ ਉਸ ਤੋਂ ਵੀ ਵੱਡੀ ਗੱਲ ਦੱਸੀ ਵੀ ਰਾਤ ਨੂੰ ਖਾਣਾ ਨਹੀਂ ਖਾਧਾ ਤੇ ਇੱਕ ਦੂਜੇ ਦੀਆਂ ਅੱਖਾਂ ਨਹੀਂ ਸੀ ਮਿਲਾ ਰਹੇ ਕਿ ਅੱਜ ਮੈਂ ਵੀ ਤੈਨੂੰ ਅੱਜ ਮੈਂ ਥਾਣੇ 'ਚੋਂ ਵੀ ਜਲੀਲ ਕਰਾ ਲਿਆ। ਸ਼ਾਨ ਹੈ ਪਹਿਲਾਂ ਦੇਖੋ ਹੁਣ ਕੱਲ੍ਹ ਨੂੰ ਜੇਕਰ ਕੋਈ ਸੁਸਾਈਡ ਹੁੰਦਾ ਹੈ, ਜੇਕਰ ਕੋਈ ਵਿਅਕਤੀ ਮੈਂ ਸਾਰੇ ਮਸਲਾ ਹੈਗਾ ਗੱਲ ਕਰਦਾ ਹਿਊਮਿਲੇਸ਼ਨ ਬੇਸਿਕਲੀ ਇਹ ਕਿਵੇਂ ਹੁੰਦਾ ਹੈ। ਹਿਊਮਿਲੇਸ਼ਨ ਸਰ ਜੇਕਰ ਕਿਸੇ ਬੰਦੇ ਨੇ ਹਿਊਮਿਲੇਟ ਕਰਕੇ ਕੋਈ ਸਟੈਪ ਲਿਆ ਤੇ ਫੇਰ ਹੀ ਆਪਾਂ ਜਾਗਾਂਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਭਾਜੀ ਚਲੋ ਅਸੀਂ ਐਜ਼ ਏ ਕੌਂਸਲ ਅਸੀਂ ਹਾਈ ਕੋਰਟ ਦੇ ਵਿੱਚ ਵੀ ਅਗਲੀ ਸੁਣਵਾਈ ਤੋਂ ਪਹਿਲਾਂ ਸਾਰਾ ਮਾਮਲਾ ਰੱਖਣ ਜਾ ਰਹੇ ਹਾਂ ਵੀ ਆਹ ਕੁਛ ਸਾਡੇ ਨਾਲ ਹੋਇਆ ਹੈ। ਪਰ ਮੈਨੂੰ ਇਹ ਲੱਗਦਾ ਵੀ ਯਾਰ ਵੀ ਰੀਅਲੀ ਬੜੇ ਅਫਸੋਸ ਵਾਲੇ ਅਸੀਂ ਤਰੀਕੇ ਦੇ ਨਾਲ ਕਹਿ ਰਹੇ ਹਾਂ ਕਿ ਪਹਿਲਾਂ ਕੁਦਰਤੀ ਤੁਸੀਂ ਕਹ ਲਓ ਵੀ ਇਸ ਤਰੀਕੇ ਦੇ ਸਹੁਰੇ ਪਰਿਵਾਰ ਦੀ ਬਰੂਟੈਲਿਟੀ, ਉਸ ਤੋਂ ਬਾਅਦ ਫਿਰ ਜਿਹੜੀ ਨੈਕਸਟ ਪੁਲਿਸ ਤੇ ਪੁਲਿਸ ਦਾ ਵੀ ਜਿਹੜਾ ਐਕਟ ਐਂਡ ਕੰਡਕਟ ਜਿਹਨੂੰ ਰਿਪਰੈਜ਼ੈਂਟ ਕਰ ਰਿਹਾ ਹੈ KSI ਇੰਚਾਰਜ ਤੇ ਉਹਦਾ ਢੰਗ ਇਸ ਤਰੀਕੇ ਦਾ ਹੈ ਵੀ ਜਿਹੜੇ ਸ਼ਬਦ ਅਸੀਂ ਮੂੰਹ ਚੋਂ ਕੱਢਣ ਵੇਲੇ ਵੀ 100 ਵਾਰੀ ਸੋਚਦੇ ਹਾਂ ਉਹਨਾਂ ਨੇ ਉਹ ਸ਼ਬਦ ਇਹਨਾਂ ਦੇ ਨਹੀਂ ਵਰਤੇ। ਠੀਕ ਹੈ
ਜਾਵੇ ਲਾਅ ਦੇ ਤਰੀਕੇ ਦੇ ਨਾਲ ਕੀ ਉਹ 'ਚੋਂ ਸਜ਼ਾਵਾਂ ਨੇਗੀਆਂ, ਜਾਂ ਇਸੇ ਮਾਮਲੇ 'ਚ ਜੇ ਲਾ ਲਓ ਜੇ ਕੱਲ੍ਹ ਨੂੰ ਐਕਟ ਹੁੰਦਾ ਇਹਦੇ 'ਚ ਕੋਈ ਕਾਰਵਾਈ ਹੁੰਦੀ ਆ ਤਾਂ ਕੀ ਹੋ ਸਕਦਾ? ਦੇਖੋ ਇਹਦੇ 'ਚ ਪ੍ਰੋਵੀਜ਼ਨ ਬੜਾ ਕਲੀਅਰ ਹੈ। ਜੋ ਇਹਨੇ ਐਕਟ ਐਂਡ ਕੰਡਕਟ ਕਰਕੇ ਦਿਖਾਇਆ ਹੈ, ਇਹਦੇ ਖਿਲਾਫ ਅਸੀਂ ਰਿਪਰੈਜ਼ੈਂਟੇਸ਼ਨ ਆਲਰੇਡੀ ਦੇ ਚੁੱਕੇ ਹਾਂ। ਸੋ ਇਹਦੇ 'ਚ ਪ੍ਰੋਵੀਜ਼ਨ ਜਿਹੜੇ ਮੈਂ ਤੁਹਾਨੂੰ ਦੱਸ ਕੇ ਬੈਠਾ 354 ਕੀ ਕਿ ਜੇਕਰ ਤੁਸੀਂ ਲੇਡੀਜ਼ ਨੂੰ, ਲੜਕੀਆਂ ਨੂੰ ਜੇਕਰ ਤੁਸੀਂ ਬੇਇੱਜ਼ਤ ਕਰਦੇ ਹੋ, ਵੀ ਸਪੈਸ਼ਲੀ ਪੁਲਿਸ ਸਟੇਸ਼ਨ, ਤਾਂ ਸਜ਼ਾ ਉਹ 'ਚ ਨੌਨ ਅਵੇਲੇਬਲ ਫੈਂਸ 3 ਸਾਲ ਸਜ਼ਾ ਉਹਦੇ ਵਿੱਚ। ਇਹ ਭੈਣਾਂ ਨੇ ਕੱਲੀਆਂ ਵਕੀਲ ਨਹੀਂ ਹੈਗੇ ਅਸੀਂ। ਸੋ ਅਸੀਂ ਜਿੱਥੇ ਕਿਤੇ ਸਾਡੀਆਂ ਭੈਣਾਂ ਦੀ ਇਨਸਲਟ ਹੁੰਦੀ ਹੈ, ਉੱਥੇ ਅਸੀਂ ਗੱਡ ਕੇ ਅਸੀਂ ਆਪਣੀਆਂ ਭੈਣਾਂ ਦੇ ਨਾਲ ਖੜੇ ਹਾਂ। ਔਰ ਮੈਂ ਕਾਨੂੰਨੀ ਲੜਾਈ ਵੀ ਲੜਾਂਗੇ, ਪਰ ਉਹਦਾ ਇਹ ਲਹਿਜਾ ਇਸ ਤਰੀਕੇ ਨਾਲ ਜਲੀਲ ਕਰਨਾ, ਜੇਕਰ ਤੈਨੂੰ ਆਰਡਰ ਨਹੀਂ ਪੜ੍ਹਨਾ ਆਇਆ ਤਾਂ ਤੈਨੂੰ ਕਿਸੇ ਨੇ ਗਾਲਾਂ ਦਾ ਅਖਤਿਆਰ ਤੈਨੂੰ ਕਿਹਨੇ ਦਿੱਤਾ ਕੱਢਣ ਦਾ? ਫਿਰ ਹਜੇ ਤੱਕ ਮੇਰੇ ਕੋਲ 2-4 ਅਫਸਰ ਨੇ ਪੰਜਾਬ ਪੁਲਿਸ ਜਿਹੜੇ ਇਸ ਤਰ੍ਹਾਂ ਬੜੇ ਮਸ਼ਹੂਰ ਹੋਏ ਨੇ, ਅੱਜ ਤੱਕ ਉਹ ਬੰਦੇ ਕਿਉਂ ਹੁਣ ਤੁਸੀਂ ਅੰਡਰਗਰਾਊਂਡ ਹੋਏ ਫਿਰਦੇ ਹੋ? ਮੇਰਾ ਇੱਕ ਸੁਜੈਸ਼ਨ ਹੈ ਟੂ ਦੀ ਡੀਜੀਪੀ ਕੰਸਰਨਡ ਨੂੰ, ਸੀਐਮ ਸਾਹਿਬ ਨੂੰ, ਵੀ ਜਿਹੜੇ ਬੰਦੇ ਤੁਸੀਂ ਪਬਲਿਕ ਡੀਲਿੰਗਸ ਤੇ ਬਿਠਾਏ ਨੇ, ਯਾਰ ਐਟਲੀਸਟ ਇਹਨਾਂ ਨੂੰ ਇੱਕ ਮਹੀਨੇ ਦੀ ਤੁਸੀਂ ਇਹਨਾਂ ਨੂੰ ਕੋਈ ਟ੍ਰੇਨਿੰਗ ਦਾ ਇਹਨਾਂ ਨੂੰ ਲਵਾਓ, ਜਿੱਥੇ ਇਹਨਾਂ ਨੂੰ ਪਤਾ ਲੱਗੇ ਯਾਰ ਵੀ ਤੁਸੀਂ ਲੋਕਾਂ ਦੇ ਨਾਲ, ਪਬਲਿਕ ਨਾਲ ਤੁਸੀਂ ਡੀਲ ਕਿਵੇਂ ਕਰਨਾ ਹੈ। ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੇ ਮਸਲੇ ਇਸ ਤਰ੍ਹਾਂ ਦੇਖਦੇ ਹਾਂ ਅਸੀਂ ਕਿ ਜਦੋਂ ਕਿਸੇ ਦੇ ਨਾਲ ਵੀ ਕੋਈ ਕਿਸੇ ਤੇ ਤਸ਼ੱਦਦ ਹੁੰਦੀ ਹੈ ਜਾਂ ਫਿਰ ਕਿਸੇ ਦੇ ਨਾਲ ਕੁਝ ਗਲਤ ਹੋ ਜਾਂਦਾ, ਤਾਂ ਸਭ ਤੋਂ ਪਹਿਲਾਂ ਕਈ ਮਸਲਿਆਂ 'ਚ, ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕਰੀ ਹੈ, ਤੇ ਕਈ ਮਸਲਿਆਂ 'ਚ ਬਣਦਾ ਨਹੀਂ ਹੁੰਦਾ, ਫਿਰ ਵੀ ਬੰਦਾ ਮਦਦ ਲੈਣ ਵਾਸਤੇ ਪੁਲਿਸ ਥਾਣੇ ਪਹੁੰਚਦਾ ਹੈਗਾ, ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਪੁਲਿਸ ਤੋਂ ਹਰੇਕ ਨੂੰ ਉਮੀਦ ਹੁੰਦੀ ਹੈ ਵੀ ਸਾਨੂੰ ਉਰੇ ਮਦਦ ਵੀ ਹੋਊਗੀ ਤੇ ਸਾਡੀ ਸੁਣਵਾਈ ਹੋ ਜੂਗੀ ਜੇਕਰ ਸਾਡੇ ਨਾਲ ਕੁਝ ਗਲਤ ਹੋਇਆ। ਪਰ ਉਦੋਂ ਬਾਅਦ ਦੇ ਵਿੱਚ ਦੇਖਿਆ ਜਾਵੇ ਕਿ ਜੇਕਰ ਤੁਸੀਂ ਥਾਣੇ ਜਾਂਦੇ ਹੋ ਤੇ ਉਦੋਂ ਬਾਅਦ ਦੇ ਵਿੱਚ ਹਾਲਾਤ ਅਜਿਹੇ ਬਣ ਜਾਣ ਕਿ ਤੁਹਾਨੂੰ ਫਿਰ ਕੋਰਟ ਦੇ ਵਿੱਚ ਤਾਂ ਜਾਣੀ ਪਵੇ, ਪਰ ਨਾਲ ਗੱਲ ਇਹ ਹੈ ਵੀ ਬੰਦਾ ਕਈ ਵਾਰ ਇਸ ਤਰ੍ਹਾਂ ਦੇ ਨਾਲ ਜ਼ਲਾਲਤ ਮਹਿਸੂਸ ਕਰਦਾ ਕਿ ਮੈਥੋਂ ਕੋਈ ਗਲਤੀ ਹੋਊਗੀ ਜੇਕਰ ਮੈਂ ਥਾਣੇ ਕੋਈ ਮਦਦ ਮੰਗਣ ਵਗ ਗਿਆ। ਅਜਿਹਾ ਇੱਕ ਮਾਮਲਾ ਹੈ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਤੇ ਐਸਐਸਪੀ ਨੂੰ ਹੈ ਜਿਹੜੀ ਇਹ ਚਿੱਠੀ ਕੱਢੀ ਆ, ਤੇ ਇੱਕ ਉਹ ਸ਼ਿਕਾਇਤ ਕਹਿ ਲਓ, ਚਾਹੇ ਆਪਦਾ ਉਹ ਦੁੱਖ ਬਿਆਨ ਕਰਿਆ ਪੰਜਾਬ ਦੀ ਉਸ ਧੀ ਨੇ, ਜਿਹਦੇ ਵਿੱਚ ਉਹ ਥਾਣੇ ਤਾਂ ਪਹੁੰਚਦੀ ਹੈ ਆਪਦੇ ਕਿਸੇ ਮਸਲੇ ਨੂੰ ਲੈ ਕੇ, ਇੱਕ ਮਦਦ ਕਹਿ ਲਓ, ਚਾਹੇ ਕਹਿ ਲਓ ਕਿ ਕੋਰਟ ਦੇ ਆਰਡਰ ਸੀਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਕਿ ਤੁਸੀਂ ਜਾ ਕੇ ਉੱਥੇ ਆਪਦੀ ਡਿਟੇਲ ਹੈ ਜਿਹੜੀ ਸਬਮਿਟ ਕਰਵਾਓ ਤੇ ਉਦੋਂ ਰਸੀਦ ਹੈ ਤੁਸੀਂ ਜੇ ਕਹੀਏ ਪੁਲਿਸ ਵਾਲੇ ਤੋਂ ਲੈਣੀ ਹੈ। ਪਰ ਮਾਮਲਾ ਇਸ ਤਰ੍ਹਾਂ ਦਾ ਹੁੰਦਾ ਕਿ ਜਦੋਂ ਉਹ ਪਹੁੰਚਦੀ ਹੈ ਉੱਥੇ ਤਾਂ ਉਹਦੇ ਨਾਲ ਬੇਹੱਦ ਮਾੜਾ ਸਲੂਕ ਹੈ ਜਿਹੜਾ ਉਹ ਕਰਿਆ ਜਾਂਦਾ ਹੈ। ਪੂਰਾ ਮਸਲਾ ਕੀ ਹੈ ਤੇ ਨਾਲ ਇਹ ਲੋੜ ਕਿਉਂ ਪਈ ਕਿ ਚਿੱਠੀ ਲਿਖਣੀ ਪਈ ਜਦ ਕਿ ਮਾਮਲਾ ਕੋਰਟ ਦੇ ਵਿੱਚ ਹੈਗਾ ਸੀ, ਤੇ ਜੇ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਨੇ ਤਾਂ ਉਦੋਂ ਉੱਤੇ ਕਿਹਦੀਆਂ ਹੋ ਸਕਦੀਆਂ ਨੇ, ਉਹਨੂੰ ਵੀ ਆਖਰ ਕੀ ਪੁਲਿਸ ਨੇ ਮੰਨਣ ਤੋਂ ਮਨਾ ਕਰਤਾ। ਘੁੰਮਣ ਬ੍ਰਦਰਜ਼ ਨੇ ਸਾਡੇ ਨਾਲ, ਤੇ ਨਾਲ ਉਹ ਪੀੜਤ ਕੁੜੀ ਹੈ ਜਿਹਦੇ ਨਾਲ ਗੱਲ ਕਰਾਂਗੇ ਕਿ ਕੀ ਲੋੜ ਪਈ ਹੈ ਜਿਹੇ ਪੂਰੇ ਮਸਲੇ ਨੂੰ ਲੈ ਕੇ। ਘੁੰਮਣ ਸਾਹਿਬ, ਜੇ ਸ਼ੁਰੂਆਤ ਤੁਹਾਡੇ ਤੋਂ ਮੈਂ ਕਰਾਂ, ਚਿੱਠੀ ਲਿਖੀ ਆ ਤੁਸੀਂ, ਇਹ ਚਿੱਠੀ ਦੀ ਲੋੜ ਪੈ ਗਈ ਸੀ? ਇਹਦੇ 'ਚ ਵੀਰ ਜੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਬਰੀਫ ਕਰਾਂਗਾ। ਇਹ ਸਾਡੀ ਭੈਣ ਮੁਕਤਸਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ। ਇਹਨਾਂ ਦਾ ਵਿਆਹ ਸ਼ਾਦੀ ਇਹਨਾਂ ਦੀ 2021 ਮਈ ਦੇ ਵਿੱਚ, ਮੈਂ ਥੋੜ੍ਹਾ ਜਿਹਾ ਡਿਟੇਲ ਕਰ ਦਿੰਦਾ, ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਮੋਹਾਲੀ ਕਿਸੇ ਪਰਿਵਾਰ ਦੇ ਵਿੱਚ ਹੁੰਦੀ ਹੈ, ਮੈਂ ਇੱਥੇ ਨਾਮ ਨਹੀਂ ਲਵਾਂਗਾ ਉਹਨਾਂ ਦਾ। ਸ਼ਾਦੀ ਮਈ 2021 'ਚ ਹੁੰਦੀ ਹੈ। ਲਗਭਗ ਇਹਨਾਂ ਨੇ ਫੈਮਿਲੀ ਨੇ 34-35 ਲੱਖ ਰੁਪਈਆ ਵਿਆਹ ਤੇ ਲਾਇਆ। ਜਿੱਦਾਂ ਸਾਡੇ ਅੱਜ ਕੱਲ੍ਹ ਪੰਜਾਬ 'ਚ ਇੱਕ ਸਟੇਟਸ ਬਣ ਗਿਆ ਕਿ ਆਹ ਪੈਲਸ ਕਰ ਲਓ ਜੀ, ਆਹ ਤੁਸੀਂ ਜਿਹੜੀ ਕੈਟਰਿੰਗਸ ਨੇ ਇੰਨੀਆਂ ਮਿਲਣੀਆਂ ਨੇ, ਜੋ ਬੈਸਟ ਕਰ ਸਕਦੇ ਸੀ ਪਰਿਵਾਰ ਨੇ ਉਹ ਕੀਤਾ ਜੀ। ਉਸ ਤੋਂ ਬਾਅਦ ਕੀ ਹੁੰਦਾ ਸਰ, 1 ਸਾਲ ਲਗਭਗ ਜੂਨ 2022 ਤੱਕ, 21 ਮਈ ਤੋਂ ਲੈ ਕੇ 22 ਤੱਕ ਰਹੀ। ਉਹ 1 ਸਾਲ ਜਿਹੜਾ ਇਹਨੇ ਤਸੱਦਦ ਝੱਲਿਆ ਉੱਥੇ, ਇਹਨਾਂ ਦੀ ਬੋਡੀ ਤੇ ਨੀਲ ਕੁੱਟਣਾ ਰੋਜ਼ ਦਾ ਨਿੱਤ ਦਾ ਕੰਮ ਹੋ ਗਿਆ ਸੀ। ਔਰ ਜੋ ਅਸਲ ਮਾਇਨਿਆਂ 'ਚ ਅਸੀਂ ਇੱਕ ਡੋਮੈਸਟਿਕ ਵਾਇਲੈਂਸ ਕਹਿੰਦੇ ਆ, ਘਰੇਲੂ ਕਲੇਸ਼, ਉਹਦੀ ਇਹ ਜਿਹੜੀ ਸਾਡੀ ਭੈਣ ਹੈ ਉਹ ਸ਼ਿਕਾਰ ਹੋਈ। ਅਲਟੀਮੇਟਲੀ 2022 ਜੂਨ 'ਚ ਇਹਨਾਂ ਦੇ ਜਿਹੜੇ ਸਹੁਰਾ ਸਾਹਿਬ ਸੀ ਇਹਨੂੰ ਪੇਕੇ ਜਾ ਕੇ ਛੱਡ ਆਏ। ਛੱਡਣ ਤੋਂ ਬਾਅਦ ਬੇਟੀ ਦੇ ਜਿਹੜੇ ਇਹਦੇ ਭੈਣ ਭਰਾ ਨੇ ਉਹ ਦੋਨੇ ਆਸਟ੍ਰੇਲੀਆ ਨੇ। ਫੈਮਿਲੀ ਚੰਗੀ ਸੀ। ਸਾਡੇ ਪੰਜਾਬ 'ਚ ਧੀਆਂ ਜਦੋਂ ਘਰ ਆ ਜਾਂਦੀਆਂ ਨੇ, ਮਾਂ ਪਿਓ ਫਿਕਰ 'ਚ ਆ ਜਾਂਦੇ ਨੇ। ਅਲਟੀਮੇਟਲੀ ਇਹਨਾਂ ਨੇ ਇੱਕ ਫੈਸਲਾ ਲਿਆ ਕਿ ਜੋ ਕੁਛ ਧੀ ਨਾਲ ਹੋਇਆ ਹੈ, ਜਦੋਂ ਇਹ ਕਿਤੇ ਪ੍ਰੈਗਨੈਂਟ ਹੋਈ, ਪ੍ਰੈਗਨੈਂਸੀ ਦੇ ਦੌਰਾਨ ਵੀ ਭਾਜੀ ਤੁਹਾਨੂੰ ਮੈਂ ਇੱਕ ਬੜੀ ਹੈਰਾਨੀ ਵਾਲੀ ਗੱਲ ਦੱਸਦਾ ਵੀ ਲੱਤਾਂ ਨਾਲ ਇਹਨਾਂ ਦਾ ਹਸਬੈਂਡ ਇਹਨਾਂ ਨੂੰ ਕੁੱਟਦਾ ਰਿਹਾ ਹੈ। ਔਰ ਸਾਡੇ ਕੋਲ ਉਹਦੀਆਂ ਫੋਟੋਜ਼ ਤੋਂ ਲੈ ਕੇ ਸਾਰਾ ਰਿਕਾਰਡ ਸਾਡੇ ਕੋਲ ਸੀ। ਮੈਂ ਗੱਲ ਨੂੰ ਨੇੜੇ ਕਰਦਾ, 2022 ਦੇ ਵਿੱਚ ਇਹ ਇੱਕ ਰਿਪਰੈਜ਼ੈਂਟੇਸ਼ਨ ਦਿੰਦੇ ਨੇ ਐਸਐਸਪੀ ਮੁਕਤਸਰ ਨੂੰ, ਕੁਰੈਲਟੀ ਜਿਹਨੂੰ ਅਸੀਂ 498 406 ਦਾ ਕੰਪਲੇਂਟ ਦਿੱਤੀ। ਵੂਮਨ ਸੈੱਲ ਨੂੰ ਮਾਰਕ ਹੁੰਦੀ ਏ, ਰਿਪੋਰਟ ਚੱਲਦੀ ਇਹਨੇ ਸਾਰਾ ਐਵੀਡੈਂਸ ਦਿੱਤਾ, ਬਟ ਕੋਈ ਸੁਣਵਾਈ ਨਹੀਂ ਹੁੰਦੀ। ਅਲਟੀਮੇਟਲੀ ਸਾਨੂੰ ਪਤਾ ਲੱਗਦਾ ਹੈ ਕਿ ਉਹ ਜਿਹੜੀ ਰਿਪੋਰਟ ਹੈ ਜੀ ਉਹ ਦਾਖਲ ਦਫ਼ਤਰ ਕਰ ਦਿੱਤੀ ਗਈ ਹੈ, ਕਿਉਂਕਿ ਸਹੁਰਾ ਪਰਿਵਾਰ
ਇਨਫਲੂਐਂਸਡ ਹੈ, ਪੋਲੀਟੀਕਲੀ ਬੜੇ ਸਟਰੋਂਗ ਨੇ। ਸੋ ਉਸ ਤੋਂ ਬਾਅਦ ਅਸੀਂ ਦੁਬਾਰਾ ਇੱਕ ਰਿਪਰੈਜ਼ੈਂਟੇਸ਼ਨ ਸਾਡੇ ਵੱਲੋਂ ਜਾਂਦੀ ਹੈ, ਸਾਡੇ ਆਫਿਸ ਵੱਲੋਂ ਜਾਂਦੀ ਹੈ ਜਦੋਂ ਇਹ ਸਾਡੇ ਕੋਲ ਆਉਂਦੇ ਨੇ ਪਰਿਵਾਰ। ਉਸ ਰਿਪਰੈਜ਼ੈਂਟੇਸ਼ਨ ਨੂੰ ਅੱਗੇ ਇਹਨਾਂ ਨੇ ਫੇਰ ਮਾਰ ਕੀਤਾ। ਅਲਟੀਮੇਟਲੀ ਜਦੋਂ ਅਸੀਂ ਦੇਖ ਲਿਆ ਸੁਮਿਤ ਵੀਰ ਜੀ ਵੀ ਇਹਦੇ ਤੇ ਕੁਝ ਨਹੀਂ ਹੋਣਾ, ਤਾਂ ਅਸੀਂ ਮਾਣਯੋਗ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਾਈ। ਇੱਕ ਲਲਿਤਾ ਕੁਮਾਰੀ ਵਰਸਸ ਸਟੇਟ ਆਫ ਯੂਪੀ ਇੱਕ ਜਜਮੈਂਟ ਆਈ ਹੈ, ਜਿਹਦੇ ਵਿੱਚ ਸੁਪਰੀਮ ਕੋਰਟ ਵੱਲੋਂ ਕਲੀਅਰ ਹੈ ਕਿ ਜੇਕਰ 498 ਦੇ ਵਿੱਚ ਸਪੈਸੀਫਿਕਲੀ ਕੋਗਨੀਜੇਬਲ ਅਫੈਂਸਸ ਦੇ ਵਿੱਚ ਵਿਦਿਨ 7 ਡੇਜ਼ ਪੁਲਿਸ ਨੇ ਪਰਚਾ ਦੇਣਾ ਹੈ। ਇਹ ਪੁਲਿਸ ਦੀ ਡਿਊਟੀ ਨਹੀਂ ਹੈਗੀ ਵੀ ਕਿਸੇ ਨੂੰ ਤੁਸੀਂ ਨਿਰਦੋਸ਼ ਘੋਸ਼ਿਤ ਕਰ ਦਿਓ ਫਟਾਫਟ ਜਾਂ ਟ੍ਰਾਇਲ ਹੀ ਚਲਾਈ ਜਾਓ। ਅਸੀਂ ਅਲਟੀਮੇਟਲੀ ਉਹ ਪਟੀਸ਼ਨ ਦਾਖਲ ਕੀਤੀ, ਜਸਟਿਸ ਅਲਕਾ ਸਰੀਨ ਸਾਹਿਬ ਦੇ ਲੱਗੀ, ਮਾਣਯੋਗ ਜੱਜ ਦੇ। ਉਹਨਾਂ ਨੇ 1 ਤਰੀਕ ਤੇ ਨੋਟਿਸ ਆਫ ਮੋਸ਼ਨ ਕਰ ਲਿਆ, ਨਾਲ ਹੀ ਸਟੇਟਸ ਰਿਪੋਰਟ ਸਾਹਮਣ ਕਰ ਲੈਂਦੇ ਨੇ। ਸਰ ਜਦੋਂ 11/8 ਨੂੰ, ਸੁਮਿਤ ਜੀ ਮੈਂ ਤੁਹਾਨੂੰ ਬੜਾ ਇੱਕ ਹੈਰਾਨੀ ਵਾਲੀ ਗੱਲ ਦੱਸਦਾ, 11/8 ਨੂੰ ਸਾਡੀ ਜਿਹੜੀ ਉਹ ਪੁਲਿਸ ਸਾਡੀ ਪੇਸ਼ੀ ਸੀ ਹਾਈ ਕੋਰਟ 'ਚ, ਮੈਂ ਇਹਨਾਂ ਵੱਲੋਂ ਪੇਸ਼ ਹੋਇਆ, ਬ੍ਰਦਰ ਨਾਲ ਸੀ। ਅਸੀਂ ਪ੍ਰੈਜ਼ੈਂਟ ਕੀਤਾ ਸੀ, ਦੱਸਿਆ ਜੀ ਕਿ ਇਸ ਕੇਸ ਦੇ ਵਿੱਚ ਸਟੇਟ ਵੱਲੋਂ ਇੱਕ ਸਟੇਟਸ ਰਿਪੋਰਟ ਫਾਈਲ ਕੀਤੀ ਗਈ, ਜਿਹਦੇ 'ਚ ਇਹ ਕਹਿ ਦਿੱਤਾ ਗਿਆ ਕਿ ਇਹਦੇ ਵਿੱਚ ਕੋਈ ਵੀ ਦੋਸ਼ ਸਾਬਤ ਨਹੀਂ ਹੁੰਦਾ, ਤੇ ਅਸੀਂ ਦਾਖਲ ਦਫ਼ਤਰ ਕਰਤੀ। ਤੇ ਜਿਹੜੇ ਕਿਉਂਕਿ ਨਾ ਕੋਈ ਬਿੱਲ, ਕੋਈ ਸਬੂਤ ਵਗੈਰਾ ਨਹੀਂ ਦਿੱਤੇ, ਤਾਂ ਅਸੀਂ ਉੱਥੇ ਇੱਕ ਪਲੀ ਲਈ ਕਿ ਜੀ ਅਸੀਂ ਸਭ ਕੁਝ ਦਿੱਤਾ ਹੈ, ਇਹਨਾਂ ਨੇ ਲੈਣ ਤੋਂ ਮਨਾ ਕਰਤਾ ਸੀ। ਜੱਜ ਸਾਹਿਬ ਨੇ ਇੱਕ ਆਰਡਰ ਕੀਤਾ, ਆਹ ਦੇਖੋ 11/8 ਨੂੰ ਮੇਰੇ ਹੱਥ 'ਚ ਹੈ। ਇਸ ਆਰਡਰ ਦੇ ਵਿੱਚ ਜੱਜ ਸਾਹਿਬ ਨੇ ਸਪੈਸ਼ਲੀ ਲਿਖਤਾ ਕਿ ਇਹ ਬਿੱਲ ਦੁਬਾਰਾ ਤੁਹਾਨੂੰ ਦੇਣਗੇ, ਤੁਸੀਂ ਇਹਨਾਂ ਨੂੰ ਕਵਰਿੰਗ ਲੈਟਰ ਲਾ ਕੇ ਆਈਓ ਨੂੰ ਦੇਣਗੇ, ਆਈਓ ਇਹਨਾਂ ਨੂੰ ਰਿਸਿਪਟ ਦੇਗਾ, ਔਰ ਅਗਲੀ ਪੇਸ਼ੀ ਮਾਣਯੋਗ ਕੋਰਟ ਨੇ ਕਹਿਤਾ ਵੀ ਬਿੱਲਾਂ ਨੂੰ ਘੋਖ ਕੇ 17/11 ਨੂੰ ਅਗਲਾ ਜਿਹੜਾ ਫੈਸਲਾ ਹੈ ਉਹ ਹਾਈ ਕੋਰਟ ਵਿੱਚ ਦੁਬਾਰਾ ਸੁਣਵਾਈ ਹੋਏਗੀ। ਹੁਣ ਸਾਡੇ ਕਹਿਣ ਮੁਤਾਬਕ 14 ਤਰੀਕ ਨੂੰ ਜਿਹੜੀ ਬੇਟੀ ਹੈ, ਇਹ 14 ਸਤੰਬਰ ਨੂੰ ਇਹ ਜਿਹੜੀ ਉੱਥੇ ਚੌਂਕੀ ਪੈਂਦੀ ਹੈ ਦੁੱਧਾਂ ਕਰਕੇ, ਉੱਥੇ ਪਹੁੰਚਦੀ ਹੈ। ਮੁਕਤਸਰ ਕੋਟ ਭਾਈ ਕੇ ਥਾਣਾ ਜਿਹੜਾ ਮੁੱਖ ਉੱਥੇ ਹੈ, ਉੱਥੇ ਬ੍ਰਦਰ ਦੱਸਦੇ ਨੇ ਕਿ 14/9 ਨੂੰ ਜਦੋਂ ਇਹ ਪਹੁੰਚੇ ਨੇ, ਮੈਂ ਕਹਿੰਦਾ ਇਟਸ ਵੈਰੀ ਸ਼ੇਮਫੁਲ ਕਿ ਉੱਥੇ ਜਿਹੜਾ ਚੌਂਕੀ ਇੰਚਾਰਜ ਹੈ, ਮੈਂ ਹੁਣ ਇੱਥੇ ਕਿਸੇ ਦਾ ਨਾਮ ਨਹੀਂ ਲੈਣਾ, ਉਹਦਾ ਕੀ ਐਕਟ ਤੇ ਕੰਡਕਟ ਸੀ ਉਹ ਬ੍ਰਦਰ ਤੁਹਾਨੂੰ ਵੇਰਵਾ ਪਾ। ਇਹਦੇ 'ਚ ਇੱਕ ਚੀਜ਼ ਨਾਲ ਇਹ ਵੀ ਦੱਸ ਦਿਓ ਵੀ ਜਦੋਂ ਕੋਈ ਥਾਣੇ ਜਾਂਦਾ, ਹੋ ਸਕਦਾ ਰੱਬ ਨਾ ਕਰੇ ਕਿਸੇ ਨੂੰ ਲੋੜ ਪੈ ਜਾਂਦੀ ਹੈ, ਤਾਂ ਉੱਥੇ ਜਾ ਕੇ ਕੀ ਉਹਨਾਂ ਦੀ ਡਿਊਟੀ ਕੀ ਬਣ ਜਾਂਦੀ ਹੈ? ਤੁਹਾਡੇ ਤੇ ਸਵਾਲ ਜਵਾਬ ਜਾਂ ਮਾੜਾ ਚੰਗਾ ਕੁਝ ਕਹਿਣਾ, ਜਾਂ ਇਹ ਹੈ ਵੀ ਤੁਹਾਨੂੰ ਉੱਥੇ ਰਿਸਪੈਕਟਲੀ, ਕਿਉਂਕਿ ਬੰਦਾ ਤਾਂ ਪਹਿਲਾਂ ਹੀ ਪਰੇਸ਼ਾਨ ਜਾਂਦਾ ਵੀ ਉਸ ਤੋਂ ਬਾਅਦ ਦੇ ਵਿੱਚ ਉਹ ਤੁਹਾਡੀ ਸੁਣਵਾਈ ਹੈ ਜਿਹੜਾ ਉੱਥੇ ਕਰਨ ਜਾਂ ਨਾ ਕਰਨ, ਇਹ ਉਹਨਾਂ ਦੇ ਆਪਦੇ ਹੱਥ 'ਚ ਹੈ? ਦੇਖੋ ਸੁਮਿਤ ਜੀ, ਮੈਂ ਇਹ ਸਮਝਦਾ ਕਿ 2 ਤਰੀਕੇ ਦੇ ਨਾਲ ਆਪਾਂ ਪੁਲਿਸ ਸਟੇਸ਼ਨਸ ਨੂੰ ਅਪਰੋਚ ਕਰਦੇ ਹਾਂ। ਇਹਨਾਂ ਨੇ ਜਿਵੇਂ ਪਹਿਲਾਂ ਬ੍ਰਦਰ ਦੱਸ ਕੇ ਬੈਠੇ ਨੇ, ਇਹਨਾਂ ਨੇ ਅਪਰੋਚ ਤਾਂ ਕਰ ਲਿਆ ਸੀ ਜੂਨ 2022 'ਚ, ਸਬਸੀਕੁਐਂਟਲੀ ਫਿਰ ਜਨਵਰੀ ਦੇ ਵਿੱਚ ਅਪਰੋਚ ਕੀਤਾ 2023 'ਚ। ਫਾਈਨਲੀ ਜਦੋਂ ਪੁਲਿਸ ਨੇ ਕੋਈ ਕਹਾਣੀ ਸਾਡੀ ਨਹੀਂ ਸੁਣੀ, ਤਾਂ ਫਿਰ ਅਸੀਂ ਮਾਣਯੋਗ ਹਾਈ ਕੋਰਟ 'ਚ ਗਏ। ਹੁਣ ਮੈਂ ਤੁਹਾਡੇ ਸਵਾਲ ਦੇ ਉੱਪਰ ਆਉਣਾ ਕਿ ਕੀ ਉਹਨਾਂ ਦਾ ਰਵੱਈਆ ਕੀ ਚਾਹੀਦਾ ਹੈ। ਦੇਖੋ ਅਸੀਂ ਭੈਣ ਜੀ ਬੈਠੇ ਨੇ, ਸਿੱਧੇ ਤੌਰ ਤੇ ਪੁਲਿਸ ਸਟੇਸ਼ਨ ਨਹੀਂ ਸੀ ਗਏ, ਅਸੀਂ ਮਾਣਯੋਗ ਹਾਈ ਕੋਰਟ ਦੇ ਜਿਹੜੇ ਆਦੇਸ਼ ਸੀ 11 ਅਗਸਤ ਦੇ, ਉਹਨਾਂ ਦੀ ਕੰਪਲਾਈਂਸ ਕਰਨ ਦੇ ਲਈ ਅਸੀਂ ਪੁਲਿਸ ਸਟੇਸ਼ਨ ਗਏ, ਭੈਣ ਜੇਰੀ ਗਏ। ਹੁਣ ਜਦੋਂ ਤੁਹਾਡੇ ਕੋਲ ਇੱਕ, ਦੇਖੋ ਮੈਂ ਬੜਾ ਹੈਰਾਨ ਹੈ ਇਸ ਸਾਰੇ, ਇਹ ਕੀ ਦਸਤੂਰ ਕੀ ਫੜਿਆ ਹੈ ਪੰਜਾਬ ਪੁਲਿਸ ਨੇ, ਇਹ ਬੜਾ ਇੱਕ ਵੱਡਾ ਸਵਾਲ ਹੈ ਕਿ ਦੇਖੋ ਮਾਣਯੋਗ ਕੋਰਟਸ ਨੇ, ਹਾਈ ਕੋਰਟ ਮੋਸਟ ਸੁਪੀਰੀਅਰ ਕੋਰਟ ਹੈ ਆਪਣੇ ਮੁਲਕ ਦੀ। ਹੁਣ ਉਹਨਾਂ ਦਾ ਫੈਸਲਾ ਹੈ, ਤੁਸੀਂ ਉਹਦੇ ਕੰਪਲਾਈਂਸ ਕਰਨ ਦੇ ਲਈ ਜਾ ਕੇ ਉੱਥੇ ਭੈਣ ਜੀ ਜਾਂਦੇ ਨਹੀਂ, ਔਰ ਜਾ ਕੇ ਫੈਸਲਾ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਉਹ ਸਾਡੇ ਹੱਥ 'ਚ ਹੈ, ਔਰ ਅਸੀਂ ਜਾ ਕੇ ਉਹਦੀ ਕੰਪਲਾਈਂਸ ਕਰਨ ਲਈ ਅਸੀਂ ਜਾ ਕੇ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਹੈ, ਸਪੈਸੀਫਿਕਲੀ ਡਾਇਰੈਕਸ਼ਨ ਆਈਓ ਨੂੰ ਸੀ ਵੀ ਤੈਨੂੰ ਇੱਕ ਕਵਰਿੰਗ ਲੈਟਰ ਲਾ ਕੇ ਤੈਨੂੰ ਇਹ ਆਪਣੇ ਬਿਲਸ ਵਗੈਰਾ ਦੇਣਗੇ, ਤੁਸੀਂ ਉਹਨਾਂ ਨੂੰ ਇਮੀਡੀਏਟਲੀ ਰਸੀਦ ਜਿਹੜੀ ਰਿਸਿਪਟ ਉਹ ਤੁਸੀਂ ਇਹਨਾਂ ਨੂੰ ਹੈਂਡਓਵਰ ਕਰਨੀ ਹੈ। ਹੁਣ ਮੈਂ ਇੱਥੇ ਇਹ ਗੱਲ ਕਰਦਾ ਕਿ ਪਹਿਲਾਂ ਤਾਂ ਭੈਣ ਜੀ ਹਰੀ ਸ਼ਿਕਾਰ ਹੋਏ ਡੋਮੈਸਟਿਕ ਕੁਰੈਲਿਟੀ ਦਾ, ਫਿਰ ਉਸ ਤੋਂ ਬਾਅਦ ਸੈਕੰਡ ਜਿਹੜਾ ਸ਼ਿਕਾਰ ਹੋਏ ਉਹ ਹੋਏ ਪੁਲਿਸ ਸਟੇਸ਼ਨ। ਹੁਣ ਉਹਦਾ ਫਰਜ਼ ਇਹ ਸੀ ਵੀ ਉਹ ਰਸੀਦ ਹੈਂਡਓਵਰ ਕਰਦਾ। ਉਹਨੇ ਕੀਤਾ ਕਿ ਇਹਨਾਂ ਦੇ ਦੋਵੇਂ ਮਦਰ ਫਾਦਰ ਦੋਵੇਂ ਨਾਲ ਸੀਗੇ। ਭੈਣ ਜੀ ਆਪਣੀ ਜ਼ੁਬਾਨ ਤੋਂ ਤੁਹਾਨੂੰ ਗੱਲ ਦੱਸਣਗੇ, ਪਰ ਮੇਰੇ ਵਾਸਤੇ ਬਹੁਤ ਇੱਕ ਇਟਸ ਰੀਅਲੀ ਵੈਰੀ ਸ਼ੇਮਫੁਲ ਐਕਟ ਔਨ ਦੀ ਪਾਰਟ ਆਫ ਦੀ ਪੁਲਿਸ ਜਿਹੜਾ ਇਨਵੈਸਟੀਗੇਟਿੰਗ ਆਫੀਸਰ ਸੀ, ਵੀ ਉਹਨਾਂ ਨੇ ਅਬਿਊਜ਼ਿਵ ਲੈਂਗੁਏਜ ਯੂਜ਼ ਕੀਤੀ। ਇਹਨਾਂ ਦੀ ਮਦਰ ਜਿਹੜੇ ਸੀਗੇ ਹਾਰਟ ਦੇ ਪੇਸ਼ੈਂਟ ਨੇ, ਮੇਰੇ ਖਿਆਲ 'ਚ ਭੈਣ ਜੀ ਦੱਸ ਰਹੀ ਸੀ, ਮੇਰੇ ਖਿਆਲ 2-3 ਮਹੀਨੇ ਪਹਿਲਾਂ ਉਹਨਾਂ ਦਾ ਹਾਰਟ ਦਾ ਮਤਲਬ ਸਰਜਰੀ ਵਗੈਰਾ ਹੋਈ ਹੈ ਜਾਂ ਉਹਨਾਂ ਨੂੰ ਹਾਰਟ ਦਾ ਅਟੈਕ ਵੀ ਹੋਇਆ ਹੈ। ਇਹਨਾਂ ਨੇ ਜਾ ਕੇ ਵੀ ਵਾਸਤਾ ਪਾਇਆ ਵੀ ਮੇਰੇ ਮਦਰ ਨੂੰ ਪੈਨਿਕ ਅਟੈਕ ਹੋ ਜਾਣਾ ਹੈ, ਪਰ ਮੈਂ ਬੜਾ ਸਰਪ੍ਰਾਈਜ਼ ਹਾਂ ਕਿ ਉਹਨੇ ਉਸ ਕੰਸਰਨਡ ਪਰਸਨ ਨੇ ਭੈਣ ਜੀਰਾਂ ਨੂੰ ਇੱਥੋਂ ਤੱਕ ਬਲੰਗੀਆਂ ਗਾਲਾਂ ਪੰਜਾਬੀ 'ਚ ਕੱਢੀਆਂ ਮਾਵਾਂ ਭੈਣਾਂ ਦੀਆਂ,
ਔਰ ਉਸ ਤੋਂ ਬਾਅਦ ਉਹਨੇ ਇੱਥੋਂ ਤੱਕ ਇਹਨਾਂ ਨੂੰ ਮਤਲਬ ਆਪਾਂ ਬੇਇੱਜ਼ਤ ਕੀਤਾ ਕਿ ਸਪੈਸੀਫਿਕਲੀ ਵਰਡ ਯੂਜ਼ ਕੀਤੇ ਮਦਰ ਇਜ਼ ਅ ਵੈਰੀ ਰਿਸਪੈਕਟੇਬਲ। ਉਹਨਾਂ ਨੂੰ ਕਹਿੰਦਾ ਤੁਸੀਂ ਭੌਂਕਦੇ ਕਿਉਂ, ਤੁਸੀਂ ਭੌਂਕਣਾ ਕਦੋਂ ਬੰਦ ਕਰੋਗੇ? ਸੋ ਮੈਂ ਇਹ ਗੱਲ ਕਰਦਾ ਕਿ ਇਹਦੇ ਤੇ ਜੇਕਰ ਮੈਂ ਹਾਈ ਕੋਰਟ ਦੇ ਆਰਡਰ ਸੀਗੇ ਔਰ ਉਹਨੇ ਕੰਪਲਾਈਂਸ ਨਹੀਂ ਕੀਤੀ। ਉਹਨੇ ਇੱਕ ਹੋਰ ਸਪੈਸ਼ਲ ਗੱਲ ਕਹੀ, ਕਹਿੰਦਾ ਕਿਹੜੇ, ਚਲੋ ਅਸੀਂ ਤਾਂ ਇੱਕ ਲਾਇਰਸ ਹਾਂ ਜੀ, ਸਾਡਾ ਮਾਮਲਾ ਤਾਂ ਸਿਰਫ ਕੇਸ ਪ੍ਰੈਜ਼ੈਂਟ ਕਰਨ ਦਾ ਹੈ। ਉਹ ਕਹਿੰਦਾ ਮੈਂ ਆਪੇ ਹਾਈ ਕੋਰਟ ਦੇ ਵਿੱਚ ਜਾ ਕੇ ਅਸੀਂ ਆਪਣੇ ਤਰੀਕੇ ਨਾਲ ਹੀ ਅਸੀਂ ਜਵਾਬ ਜੂਬ ਦੇਵਾਂਗੇ। ਕਹਿੰਦਾ ਅਸੀਂ ਤਾਂ ਕਹਿੰਦਾ ਵੀ ਜੇ ਸੱਚ ਪੁੱਛਦੇ ਹੋ ਸਾਡੇ ਵਾਸਤੇ ਸਾਡੇ ਜੁਡੀਸ਼ੀਅਲ ਆਫੀਸਰ ਮਾਨਯੋਗ, ਸਾਡੇ ਲਈ ਉਹ, ਅਸੀਂ ਇਹਨਾਂ ਨੂੰ ਮਾਈ ਲਾਰਡਸ ਕਹਿੰਦੇ ਆ, ਅਸੀਂ ਸਾਡੇ ਲਈ ਉਹ ਪਰਮਾਤਮਾ ਰੂਪ ਨੇ। ਉਹਨੇ ਉਹਨਾਂ ਦੇ ਖਿਲਾਫ ਵੀ ਟਿੱਪਣੀ ਕੀਤੀ ਵੀ ਅਸੀਂ ਕੋਈ ਹਾਈ ਕੋਰਟ ਦੇ ਫੈਸਲਿਆਂ ਨੂੰ ਅਸੀਂ ਕੋਈ ਖਾਸ ਨਹੀਂ ਜਾਣਦੇ। ਸੋ ਮੈਨੂੰ ਇਹ ਲੱਗਦਾ ਹੈ ਉਸ ਤੋਂ ਇਲਾਵਾ ਜਿਹੜਾ ਸਪੈਸੀਫਿਕਲੀ ਦੋਵਾਂ ਹੀ ਮਾਵਾਂ ਧੀਆਂ, ਭੈਣ ਜੀ ਕੋਲ ਬੈਠੇ ਨੇ, ਮਦਰ ਨਾਲ ਸੀ, ਸਪੈਸੀਫਿਕਲੀ ਜੇ ਪ੍ਰੋਵੀਜ਼ਨਸ ਦੇਖੀਏ ਤਾਂ 354 ਕੀ ਹੈ ਆਊਟਰੇਜ ਦੀ ਮੋਡੈਸਟੀ ਆਫ ਦੀ ਵੂਮਨ, 509 ਕੀ ਹੈ ਕਿ ਤੁਸੀਂ ਕੋਈ ਵਰਡਸ ਇਸ ਤਰੀਕੇ ਦੇ ਯੂਜ਼ ਕਰਨੇ ਜਿਵੇਂ ਆਪਾਂ ਗਾਲੀ ਗਲੋਚ ਕਹਿ ਦਈਏ। 509 ਕਹਿੰਦਾ ਕਿ ਤੁਸੀਂ ਇੰਟੈਂਸ਼ਨਲੀ ਇਨਸਲਟ ਕਰਨੀ ਟੂ ਆਊਟਰੇਜ ਦੀ ਮੋਡੈਸਟੀ, ਵੀ ਉਹਦੀ ਲੇਡੀਜ਼ ਦੀ ਇਨ ਦੀ ਪ੍ਰੈਜ਼ੈਂਸ ਆਫ ਪਬਲਿਕ ਪਲੇਸ ਹੈ। ਦੇਖੋ ਇਹ ਕਿਸੇ ਦਾ ਪੁਲਿਸ ਸਟੇਸ਼ਨ ਕਿਸੇ ਦਾ ਘਰੇਲੂ ਜਗ੍ਹਾ ਨਹੀਂ ਹੈਗੀ, ਪੁਲਿਸ ਸਟੇਸ਼ਨ ਪਬਲਿਕ ਦੀ ਜਗ੍ਹਾ ਹੈ ਤੇ ਅਸੀਂ ਗਏ ਹਾਂ ਮਾਨਯੋਗ ਹਾਈ ਕੋਰਟ ਦੇ ਆਰਡਰਸ ਨਾਲ। ਸੋ ਇਹਦੇ ਖਿਲਾਫ ਅਸੀਂ ਇਹ ਪ੍ਰੋਵੀਜ਼ਨ ਬਣਾ ਰਹੇ ਹਾਂ। ਦੇਖੋ ਬੜੇ ਕੇਸਾਂ ਸੁਮਿਤ ਜੀ ਅਸੀਂ ਅੱਜ ਜਿਵੇਂ ਡੀਜੀਪੀ ਸਾਹਿਬ ਨੂੰ ਦਿੱਤੀ ਹੈ, ਅਸੀਂ ਸੀਐਮ ਸਾਹਿਬ ਨੂੰ ਦਿੱਤੀ ਹੈ, ਹੋਮ ਜਿਹੜਾ ਸਾਡਾ ਡਿਪਾਰਟਮੈਂਟ ਹੈ ਅਸੀਂ ਉਹਨਾਂ ਨੂੰ ਵੀ ਮੂਵ ਕੀਤੀਆਂ ਨੇ ਕਿ ਇਹੋ ਜਿਹੇ ਬੰਦੇ ਜਿਹੜੇ ਇਸ ਤਰੀਕੇ ਨਾਲ ਆਪਣੇ ਉਹਦੇ ਦੀ ਦੁਰਵਰਤੋਂ ਕਰ ਰਹੇ ਨੇ, ਤੁਸੀਂ ਕਿਉਂ ਪਬਲਿਕ ਡੀਲਿੰਗ ਤੇ ਇਹੋ ਜਿਹੇ ਲੋਕ ਬਿਠਾਏ ਨੇ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਵੀ ਘਰ 'ਚ ਤੁਹਾਡੀਆਂ ਮਾਵਾਂ ਭੈਣਾਂ ਨਹੀਂ। ਪਰ ਇਹਦੇ ਚ ਕਮਲ ਸਾਹਿਬ ਮੈਂ ਨਾਲ ਹੀ ਇਹ ਥੋੜਾ ਜਿਹਾ ਪੁੱਛਣਾ ਚਾਹੁੰਦਾ ਸੀਗਾ, ਬਾਕੀ ਆਪਾਂ ਫਿਰ ਵੀ ਚਰਚਾ ਕਰਾਂਗੇ ਨਾਲ ਕਿ ਜਦੋਂ ਕੋਈ ਜਾਂਦਾ ਹੈ ਵੈਸੇ ਜ਼ਿੰਮੇਵਾਰੀ ਜੇ ਦੇਖਿਆ ਜਾਵੇ ਕਾਨੂੰਨ ਦੇ ਹਿਸਾਬ ਦੇ ਨਾਲ, ਉਹ ਛੱਡ ਦੋ ਵੀ ਲਿਹਾਜ਼ ਤੁਹਾਡੇ ਨਾਲ ਵਰਤੇ ਕੋਈ ਬੰਦਾ ਜਾਂ ਤੁਹਾਨੂੰ ਉੱਥੇ ਕੁੜੀ ਹੈ ਜਾਂ ਮੁੰਡਾ ਹੈਗਾ ਉਸ ਤਰ੍ਹਾਂ ਦਾ ਕੋਈ ਲਿਹਾਜ਼ ਦੇ ਨਾਲ ਉਹਨੂੰ ਰਿਗਾਰਡ ਦੇਵੇ, ਕੋਈ ਵੀ ਉੱਥੇ ਸ਼ਿਕਾਇਤ ਲੈ ਕੇ ਜਾਂਦਾ ਹੈ ਜਾਂ ਕੋਈ ਉੱਥੇ ਆਪਦੀ ਸਮੱਸਿਆ ਪਰੇਸ਼ਾਨੀ ਜਾਂ ਇਸ ਤਰ੍ਹਾਂ ਦੇ ਕੋਈ ਕੋਰਟ ਦੇ ਮੈਟਰ ਦੇ ਪਿੱਛੇ ਜਾਂਦਾ ਹੈ, ਉਹਨਾਂ ਦੀ ਡਿਊਟੀ ਬਣਦੀ ਹੈ ਕਾਨੂੰਨ ਦੇ ਮੁਤਾਬਕ ਵੀ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਮਨਾ ਕਰ ਦਿਓ। ਦੇਖੋ ਮੈਂ ਕਹਿੰਦਾ ਡਿਊਟੀ ਬਾਉਂਡ ਨੇ ਜੀ, ਤੁਸੀਂ ਪਬਲਿਕ ਸਰਵੈਂਟਸ ਹੋ, ਤੁਸੀਂ ਮੇਰੀ ਗੱਲ ਸੁਣੋ, ਉੱਪਰ ਸੁਪੀਰੀਅਰ ਕੋਰਟਸ ਨੇ ਆਰਡਰ ਕੀਤਾ ਹੈ, ਤੁਹਾਡਾ ਫਸਟ ਡਿਊਟੀ ਹੈ ਵੀ ਤੁਸੀਂ ਉਹਦੀ ਕੰਪਲਾਈਂਸ ਕਰੋ। ਔਰ ਆਰਡਰ 'ਚ ਪਾਰਟੀਕੂਲਰਲੀ ਇਸੇ ਬੰਦੇ ਨੂੰ ਹਦਾਇਤ ਹੈ ਇਨਵੈਸਟੀਗੇਸ਼ਨ ਆਫੀਸਰ ਨੂੰ, ਔਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਵਰਿੰਗ ਲੈਟਰ ਲਾ ਕੇ ਚੀਜ਼ਾਂ ਦੇਣਗੇ, ਤੁਸੀਂ ਰਸੀਦ ਆਓਗੇ। ਤੁਸੀਂ ਕੰਪਲਾਈਂਸ ਜੇ ਹਾਈ ਕੋਰਟ ਦੀ ਆਰਡਰ ਦੀ ਵੀ ਨਹੀਂ ਕਰਨੀ ਤਾਂ ਫਿਰ ਤੁਸੀਂ ਕਰਨੀ ਕਿਹਦੀ ਹੈ? ਸੋ ਮੈਂ ਇੱਥੋਂ ਆ ਕੇ ਇੱਕ ਸਵਾਲ ਖੜਾ ਹੁੰਦਾ ਹੈ, ਇੱਥੋਂ ਸਵਾਲ ਇਹ ਖੜਾ ਹੁੰਦਾ ਸੁਮਿਤ ਜੀ ਕਿ ਜੇਕਰ ਤੁਸੀਂ ਹਾਈ ਕੋਰਟ ਦੇ ਆਰਡਰਸ ਦੀ ਵੀ ਕੰਪਲਾਈਂਸ ਨਹੀਂ ਕਰਨੀ, ਤੁਸੀਂ ਉਹਨਾਂ ਨੂੰ ਵੀ ਨਹੀਂ ਮੰਨਣਾ, ਤੇ ਫਿਰ ਆਮ ਬੰਦਾ, ਆਮ ਨਾਗਰਿਕ ਜਿਹੜਾ ਉਹ ਕਿੱਥੇ ਖੜਾ ਹੈ? ਹੁਣ ਅਸੀਂ ਬੜੇ ਕੇਸਾਂ ਸਾਡੇ ਕੋਲ ਰੂਟੀਨ 'ਚ ਕੇਸ ਹੁੰਦੇ ਸੀ ਸੁਮਿਤ ਜੀ, ਅਸੀਂ ਕੀ ਕਰਨਾ, ਅਸੀਂ ਡੀਜੀਪੀ ਸਾਹਿਬ ਨੂੰ ਕਹਿਣਾ ਕਿ ਤੁਸੀਂ ਇਹਨਾਂ ਲੋਕਾਂ ਦੇ ਖਿਲਾਫ ਪਬਲਿਕ ਡੀਲਿੰਗ 'ਚ ਨਾ ਬਿਠਾਓ, ਇਹਨਾਂ ਦੇ ਖਿਲਾਫ ਐਕਸ਼ਨ ਕਰੋ। ਮੋਸਟਲੀ ਕੇਸਿਸ ਦੇ ਵਿੱਚ ਮੈਂ ਸੁਮਿਤ ਜੀ ਗੱਲ ਬੜੀ ਓਪਨ ਫਰੈਂਕ ਕਰਾਂਗਾ ਅੱਜ, ਮੈਨੂੰ ਰਿਸਪੌਂਸ ਜਿਹੜਾ ਹੈ, ਸਾਨੂੰ 5 ਪੈਸੇ ਵੀ ਰਿਸਪੌਂਸ ਨਹੀਂ ਮਿਲਿਆ। ਉਹਨਾਂ ਜਿਹੜੇ ਕਲਪ੍ਰਿਟਸ ਜਾਂ ਇੱਕ ਐਰਿੰਗ ਪੁਲਿਸ ਆਫੀਸਰਸ ਨੇ, ਫਾਈਨਲੀ ਕੀ ਹੁੰਦਾ ਉਹਦੀ ਫਾਈਲ ਅਸੀਂ ਬੰਦ ਕਰਤੀ ਕਿਉਂਕਿ ਪੁਲਿਸ ਸਿੱਧੀ ਪੁਲਿਸ ਇਨਵੋਲਵ ਸੀ। ਉਹਦੇ 'ਚ ਅਸੀਂ ਪ੍ਰੋਵੀਜ਼ਨਸ ਕੱਢਿਆ ਵੀ 190 ਮੈਜਿਸਟ੍ਰੇਟ ਜਿਹੜਾ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਿਬ ਦੀ ਜਿਹੜੀ ਕੋਰਟ ਹੈ, ਉੱਥੇ ਜਾ ਕੇ ਅਸੀਂ ਜੁਡੀਸ਼ੀਅਲ ਇਨਕੁਆਇਰੀ ਕਰਾ ਸਕਦੇ ਹਾਂ ਇਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ, ਅਸੀਂ ਜਿਹੜੀ ਫੁਟੇਜ ਹੈ ਉਹ ਅਸੀਂ ਸਾਰੀ ਪ੍ਰਜ਼ਰਵ ਕਰਾਵਾਂਗੇ ਪੁਲਿਸ ਸਟੇਸ਼ਨ ਦੇ ਵਿੱਚ, ਔਰ ਉਹ ਸਾਰੀਆਂ ਚੀਜ਼ਾਂ ਐਵੀਡੈਂਸ ਕ੍ਰੀਏਟ ਕਰਕੇ ਇਸ ਮਾਮਲੇ 'ਚ ਜੁਡੀਸ਼ੀਅਲ ਇਨਕੁਆਇਰੀ ਕਰਾਵਾਂਗੇ ਜੇਕਰ ਪੁਲਿਸ ਸਾਡਾ ਉਸ ਤਰੀਕੇ ਦਾ ਸਾਥ ਨਹੀਂ ਦਿੰਦੀ। ਪਰ ਜਦੋਂ ਤੁਸੀਂ ਗਏ ਇਹ ਆਰਡਰ ਲੈ ਕੇ ਕੋਰਟ ਦੇ, ਪਹਿਲਾਂ ਤਾਂ ਜਿਵੇਂ ਕਹਿ ਦਈਏ ਤੁਹਾਡੇ ਨਾਲ ਜਿਹੜਾ ਤੁਹਾਡਾ ਆਪਦਾ ਹੀ ਇੱਕ ਬਹੁਤ ਵੱਡਾ ਜ਼ਿੰਦਗੀ ਦਾ ਉਹ ਹਾਦਸਾ ਕਹਾਂਗੇ ਕਿ ਜਿਹੜਾ ਚਾਹੁੰਦਾ ਕੋਈ ਨਹੀਂ ਹੁੰਦਾ, ਖੈਰ ਕਈ ਵਾਰ ਬਣ ਜਾਂਦੇ ਨੇ ਇਹ ਜਿਹੇ ਸਰਕਮਸਟਾਂਸ, ਪਰ ਇਹ ਜਦੋਂ ਤੁਸੀਂ ਗਏ ਤੁਹਾਡੇ ਵੱਲੋਂ ਵੀ ਕੋਈ ਤਲਖੀ ਕੀਤੀ ਗਈ ਜਾਂ ਇਹ ਸੀ ਵੀ ਤੁਸੀਂ ਤਾਂ ਜਾ ਕੇ ਰਿਕੁਐਸਟ ਲਈ ਗੱਲ ਕਰੀ, ਫਿਰ ਇੰਨਾ ਜ਼ਿਆਦਾ ਤੁਹਾਨੂੰ ਬੋਲੇ ਕਿਵੇਂ? ਅਸੀਂ ਤਾਂ ਜੀ ਜਾ ਕੇ ਉਹਨਾਂ ਨੂੰ ਆਪਣੀ ਸਾਰੀ ਗੱਲ ਕਹਾਣੀ ਦੱਸੀ ਤੇ ਅਸੀਂ ਇੱਕ ਆਰਡਰ ਦੀ ਕਾਪੀ ਲੈ ਕੇ ਗਏ ਸੀਗੇ, ਮਤਲਬ ਅਸੀਂ 2 ਕਾਪੀਸ ਲੈ ਕੇ ਗਏ ਸੀ, ਇੱਕ ਸਬਮਿਟ ਕਰਨ ਨੂੰ ਤੇ ਇੱਕ ਅਸੀਂ ਰਿਸੀਵਿੰਗ ਲੈਣ ਲਈ। ਤੇ ਅਸੀਂ ਉਹਨਾਂ ਨੂੰ ਜਦੋਂ ਜਾ ਕੇ ਸਾਰਾ ਕੁਝ ਦੱਸਿਆ ਤੇ ਉਹਨਾਂ ਨੂੰ ਇੱਕ ਆਰਡਰ ਮਤਲਬ ਦਿਖਾਇਆ ਵੀ ਸਰ ਇਹ ਹਾਈ ਕੋਰਟ ਵੱਲੋਂ ਆਰਡਰ ਆ ਜੀ, ਅਸੀਂ ਤੁਹਾਨੂੰ ਇਹ ਸਾਰਾ ਕੁਝ ਸਬਮਿਟ ਕਰਨਾ ਤੇ ਤੁਸੀਂ ਸਾਨੂੰ ਰਿਸੀਵਿੰਗ ਦਵੋਗੇ। ਉਹ ਜੀ ਇਸ ਗੱਲ ਤੋਂ ਹੀ ਮਤਲਬ ਸਾਨੂੰ ਬੋਲਣ ਲੱਗ ਪਏ, ਕਹਿੰਦੇ ਨਹੀਂ ਮੈਂ ਤਾਂ ਤੁਹਾਨੂੰ ਬਿੰਦੀ ਵੀ ਨਹੀਂ ਲਾ ਕੇ ਦਿੰਦਾ, ਕਹਿੰਦੇ ਹਾਈ ਕੋਰਟ ਕੀ ਹੁੰਦਾਗਾ, ਕਹਿੰਦੇ ਮੈਂ ਆਪੇ ਕਹਿੰਦੇ ਉਹਨਾਂ ਨੂੰ ਜਵਾਬ ਦੇ ਦੂੰ। ਮੈਂ ਕਿਹਾ ਵੀ ਸਰ ਇਹਦੇ ਵਿੱਚ ਲਿਖਿਆ ਹੋਇਆ ਵੀ ਤੁਸੀਂ ਸਾਨੂੰ ਰਿਸਿਪਟ ਇਸ਼ੂ ਕਰੋਗੇ, ਕਹਿੰਦੇ ਕਿੱਥੇ ਲਿਖਿਆ? ਮੈਂ ਉਹਨਾਂ ਨੂੰ ਪੜ੍ਹ ਕੇ ਸੁਣਾਇਆ ਜੀ ਬਕਾਇਦਾ ਵੀ ਇਹਦੇ 'ਚ ਹੈ ਵੀ ਰਿਸਿਪਟ ਇਸ਼ੂ ਕਰੋਗੇ। ਬਸ ਜੀ ਉਹ ਇਸੇ ਗੱਲ ਤੋਂ ਹੀ ਭੜਕ ਗਏ। ਅਸੀਂ ਉਹਨਾਂ ਨਾਲ ਵਧੀਆ ਉਹਦੀ ਸਾਰੀ ਗੱਲਬਾਤ ਦੱਸੀ ਸੀ ਉਹਨਾਂ ਨੂੰ, ਉਹ ਇਸੇ ਗੱਲ ਤੋਂ ਹੀ ਭੜਕ ਗਏ। ਜਦੋਂ ਅਸੀਂ ਉਹਨਾਂ ਨੂੰ ਰਿਸੀਵਿੰਗ ਦੇਣ ਨੂੰ ਕਿਹਾ ਤੇ ਉਹ ਮੇਰੇ ਮੰਮਾ ਨੂੰ ਵਿੱਚ ਇਨਵੋਲਵ ਕਰਕੇ ਉਹ ਗਾਲਾਂ ਕੱਢਣ ਲੱਗ ਪਏ, ਮਤਲਬ ਵਾਰ-ਵਾਰ ਰਿਪੀਟ ਕਰਕੇ ਉਹਨਾਂ ਨੇ 5-7 ਮਿੰਟ ਲਗਾਤਾਰ ਗਾਲਾਂ ਕੱਢੀਆਂ।
ਇਹ ਸਿਰਫ ਇੰਨੀ ਗੱਲ ਤੋਂ ਬਾਅਦ ਹੀ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਯਾਨੀ ਕਿ ਉਹ ਕੋਈ ਗੱਲਬਾਤ ਹੋਈ ਜਾਂ ਕਿਉਂਕਿ ਤੁਸੀਂ ਤਾਂ ਇੱਕ ਰਿਸੀਪਟ ਲੈਣੀ ਸੀਗੀ, ਉਹ ਵੀ ਆਰਡਰ ਤੁਹਾਡੇ ਕੋਲ ਹੈਗੇ ਸੀਗੇ, ਜਿਵੇਂ ਕਹਿ ਦਈਏ ਵੀ ਚਲੋ ਇੱਕ ਤਾਂ ਹੁੰਦਾ ਵੀ ਵੈਸੇ ਕੋਈ ਬੰਦਾ ਕਹਦੇ ਵੀ ਉੱਥੋਂ ਰਿਸੀਵ ਕਰਾ ਲਿਆ, ਜਿਵੇਂ ਆਪਾਂ ਆਮ ਜਨਰਲੀ ਤੌਰ ਤੇ ਕੋਈ ਚੀਜ਼ ਰਿਸੀਵ ਕਰਾ ਲੈਂਦੇ ਆਮ ਤੌਰ ਤੇ ਸਰਕਾਰੀ ਦਫ਼ਤਰਾਂ 'ਚ, ਇੱਕ ਹਾਈ ਕੋਰਟ ਦੇ ਆਰਡਰ ਹੋਣਾ, ਕੋਰਟ ਤਾਂ ਜੇ ਕਿਹਾ ਜਾਵੇ ਇਸ ਹਿਸਾਬ ਨਾਲ ਤਾਂ ਕੱਲ੍ਹ ਨੂੰ ਕੋਈ ਸਜ਼ਾ ਵੀ ਕਹਿ ਦੂਗਾ, ਅਗਲਾ ਕਹੂਗਾ ਮੈਂ ਨਹੀਂ ਮੰਨਦਾ ਹੈਗਾ। ਹਾਂਜੀ, ਮਤਲਬ ਇਸ ਆਰਡਰ ਹੋਏ ਨੂੰ 1 ਮੰਥ ਤੋਂ ਜ਼ਿਆਦਾ ਹੋ ਗਿਆ ਸੀ ਜੀ। ਅਸੀਂ ਉਹਨਾਂ ਨੂੰ ਵਾਰ-ਵਾਰ ਕਹਿ ਰਹੇ ਸੀ 1 ਮੰਥ ਤੋਂ ਵੀ ਅਸੀਂ ਤੁਹਾਨੂੰ ਇਹ ਸਾਰਾ ਕੁਝ ਸਬਮਿਟ ਕਰਵਾਉਣਾ, ਵੀ ਇੱਥੇ ਪਹਿਲਾਂ ASI ਹੋਰ ਸੀਗੇ ਇਹਨਾਂ ਦੀ ਥਾਂ ਤੇ, ਉਹਨਾਂ ਵੱਲੋਂ ਸਾਨੂੰ ਲਾਰੇ ਹੀ ਲਾਏ ਗਏ, ਮਤਲਬ ਮੈਂ ਤੁਹਾਨੂੰ 2 ਦਿਨ ਨੂੰ ਮਿਲਦਾ, 4 ਦਿਨ ਨੂੰ ਮਿਲਦਾ, ਤੁਸੀਂ ਇੱਥੇ ਨਾ ਆਇਓ, ਮੈਂ ਤੁਹਾਡੇ ਘਰ ਆਊਂਗਾ। ਅਸੀਂ ਜੀ ਇਹ ਸਭ ਕੁਝ ਹੋਣ ਤੋਂ ਬਾਅਦ ਅਸੀਂ ਖੁਦ ਉੱਥੇ ਚਲੇ ਗਏ ਤਾਂ ਇਹ ASI ਉੱਥੇ ਸੀਗੇ ਤੇ ਬਸ ਜੀ ਇਸ ਗੱਲ ਤੋਂ ਹੀ ਇਹਨਾਂ ਨੇ ਇੱਕ ਰਿਸੀਵਿੰਗ ਦੇਣ ਤੋਂ ਹੀ ਇਹਨਾਂ ਨੇ ਬਹਾਨਾ ਬਣਾਇਆ, ਕਿਉਂਕਿ ਇਹਨਾਂ ਨੂੰ ਇਹ ਸੀਗਾ ਵੀ ਇਹ ਸਾਡੇ ਤੋਂ ਲੈਣਾ ਨਹੀਂ ਚਾਹੁੰਦੇ ਸੀ, ਜਿਹੜੀ ਮਤਲਬ ਸਾਨੂੰ ਇਸ ਚੀਜ਼ ਦਾ ਮਤਲਬ ਨਿਕਲ ਕੇ ਆਇਆ, ਮਤਲਬ ਅਸੀਂ ਇਹੀ ਸਮਝ ਪਾਉਣੇ ਆ ਵੀ ਇਹ ਉਹ ਚੀਜ਼ ਨੂੰ ਮਤਲਬ ਸਬਮਿਟ ਨਹੀਂ ਕਰਨਾ ਚਾਹੁੰਦੇ ਸੀ, ਵੀ ਇਹ ਜਦੋਂ ਤਰੀਕ ਸਾਡੀ ਪੈਣੀ ਸੀ ਵੀ ਇਹ ਸਾਡੇ ਤੇ ਸਿੱਟਣਾ ਚਾਹੁੰਦੇ ਸੀ, ਵੀ ਇਹਨਾਂ ਨੇ ਕੁਝ ਦਿੱਤਾ ਨਹੀਂ ਹੈਗਾ। ਉੱਥੇ ਜਿਵੇਂ ਤੁਹਾਡੀ ਗੱਲਬਾਤ ਥਾਣੇ ਦੇ ਅੰਦਰ ਹੋਈ ਜਾਂ ਬਾਹਰ ਦੀ ਕਿਤੇ? ਹਾਂਜੀ, ਇਹ ਉਹਨਾਂ ਦੇ ਆਫਿਸ 'ਚ ਹੋਈ ਆ, ਜਿਹੜਾ ਇੰਚਾਰਜ ਦਾ ਆਫਿਸ ਸੀ, ਉੱਥੇ ਬਕਾਇਦਾ CCTV ਵੀ ਲੱਗੇ ਹੋਏ ਆ ਤੇ ਮੈਂ ਚਾਹੁੰਦੀ ਆ ਵੀ ਉੱਥੇ CCTV ਕਢਵਾਏ ਜਾਣ। 14 ਤਰੀਕ ਦੇ CCTV ਦਿਨ ਦੀ ਗੱਲ ਆ, 1:30 ਵਜੇ ਦੇ ਤਕਰੀਬਨ, ਵੀ ਉੱਥੋਂ ਦੇ CCTV ਵਿਦ ਆਡੀਓ ਕਢਵਾਏ ਜਾਣ ਤਾਂ ਸਾਰਾ ਕੁਝ ਕਲੀਅਰ ਹੋ ਜਾਊਗਾ। ਲੱਗਦਾ ਕਿ ਕੋਮਲ ਸਾਹਿਬ ਜਿਵੇਂ ਇਹ ਜੇ CCTV ਦੀ ਫੁਟੇਜ ਨਿਕਲਿਆ ਵੀ ਤਾਂ ਖਾਸੀ ਚੀਜ਼ਾਂ ਸਾਫ਼ ਹੋ ਜਾਣਗੀਆਂ, ਯਾਨੀ ਕਿ ਇਹਨਾਂ ਨੂੰ ਵੀ ਪਤਾ ਵੀ ਜੇ CCTV ਲੱਗਿਆ ਯਾਨੀ ਕਿ ਇਹ ਝੂਠ ਦੇਖ ਕੇ ਬੋਲਦੇ ਹੋਣੇ, ਜੇ ਆਪਾਂ ਇਹਨਾਂ ਦੀ ਸਾਰੀ ਗੱਲ ਨੂੰ ਸੱਚ ਨਾ ਵੀ ਮੰਨੀਏ ਤਾਂ ਕਰਕੇ। ਦੇਖੋ ਮੈਂ ਵੀਰ ਜੀ ਇੱਥੇ ਆ ਕੇ ਨਾ 4 ਸਵਾਲ ਅੱਜ ਕਰਾਂਗਾ ਇਕੱਠੇ। ਨੰਬਰ 1, ਇਹ ਪਰਿਵਾਰ ਇੱਕ ਆਜ਼ਾਦੀਆ ਘੁਲਾਟੀ ਪਰਿਵਾਰ, ਫਰੀडम ਫਾਈਟਰ, ਇਹਨਾਂ ਦੇ ਪੜਦਾਦਾ ਜੀ ਦੇ ਨਾਮ ਕਾਮਾਗਾਟਾ ਮਾਰੂ ਜਿਹੜੀ ਇੱਕ ਮੂਵਮੈਂਟ ਚੱਲੀ ਹੈ, ਉਹਨਾਂ ਦੇ ਨਾਮ ਦਾ ਅੱਜ ਪਿੰਡਾਂ 'ਚ ਸਕੂਲ ਚੱਲ ਰਹੇ ਨੇ +2 ਤੱਕ। ਭਾਜੀ ਸਾਡੇ ਲਈ ਇੱਕ ਬੜੀ ਸ਼ਰਮ ਵਾਲੀ ਗੱਲ ਹੈ ਸਾਡੇ ਸਿਸਟਮ ਲਈ ਕਿ ਉਸ ਪਰਿਵਾਰ ਦੀ ਧੀ ਨੂੰ ਅੱਜ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ। ਨੰਬਰ 1। ਨੰਬਰ 2, ਦੇਖੋ ਸੈਕੰਡ ਮੈਂ ਇੱਕ ਵੱਡਾ ਇਸ਼ੂ ਅੱਜ ਲੈਣ ਜਾ ਰਿਹਾ, ਉਹ ਇਹ ਹੈ ਕਿ ਦੇਖੋ ਆਮ ਬੰਦੇ ਨੂੰ ਜੇਕਰ ਕੋਈ ਵੀ ਕਿਸੇ ਨੇ ਇਨਸਾਫ ਲੈਣਾ ਹੈ, ਉਹ ਸਭ ਤੋਂ ਪਹਿਲਾਂ ਥਾਣੇ 'ਚ ਜਾਏਗਾ, ਪੁਲਿਸ ਕੋਲ ਜਾਏਗਾ, ਨਹੀਂ ਮਿਲਿਆ ਤਾਂ ਕੋਰਟ 'ਚ ਜਾਏਗਾ। ਕੋਰਟ ਤੋਂ ਬਾਅਦ ਬਟ ਇਹ ਕਿਸੇ ਨੇ ਨਹੀਂ ਸੋਚਿਆ ਹੁੰਦਾ ਸੁਮਿਤ ਜੀ ਕਿ ਮਾਂ ਪਿਓ ਨੂੰ ਦੇਖੋ ਘਰੇ ਤਾਂ ਵਿਚਾਰੀ ਬੇਟੀ ਆ ਗਈ, ਮਾਰ ਕਟਾਈ ਕਰਕੇ ਭੇਜਤੀ ਸਹੁਰਿਆਂ ਨੇ। ਹੁਣ ਸਾਡੇ ਸਿਸਟਮ ਨੇ ਕਟਾਈ ਕੀ ਕੀਤੀ, ਪਹਿਲਾਂ ਤਾਂ ਦਰ ਦੀਆਂ ਠੋਕਰਾਂ ਖਾਧੀਆਂ, ਪਰਚਾ ਨਹੀਂ ਹੋਇਆ। ਹਾਈ ਕੋਰਟ ਮਾਨਯੋਗ ਦਾ ਦਰਵਾਜ਼ਾ ਖੜਕਾਇਆ, ਮਾਨਯੋਗ ਕੋਰਟ ਨੇ ਆਰਡਰ ਕੀਤੇ ਤੇ ਥੱਲੇ ਫਿਰ ਕੰਪਲੇਂਸ ਕਰਾਉਣ ਗਈਆਂ। ਤਾਂ ਤੁਸੀਂ ਇਹ ਦੇਖੋ ਇਹਨਾਂ ਦਾ ਉਹ ਸਮਾਂ ਦੇਖੋ। ਇਹਨਾਂ ਨੇ ਮੈਨੂੰ ਦੱਸਿਆ ਕਿ ਵੀਰ ਜੀ ਜਦੋਂ ਗੱਡੀ 'ਚ ਬੈਠੀਆਂ ਤੇ ਰੋਂਦੀਆਂ ਆਈਆਂ ਮਾਵਾਂ ਧੀਆਂ, ਤੇ ਜਦੋਂ ਉਸ ਤੋਂ ਵੀ ਵੱਡੀ ਗੱਲ ਦੱਸੀ ਵੀ ਰਾਤ ਨੂੰ ਖਾਣਾ ਨਹੀਂ ਖਾਧਾ ਤੇ ਇੱਕ ਦੂਜੇ ਦੀਆਂ ਅੱਖਾਂ ਨਹੀਂ ਸੀ ਮਿਲਾ ਰਹੇ ਕਿ ਅੱਜ ਮੈਂ ਵੀ ਤੈਨੂੰ ਅੱਜ ਮੈਂ ਥਾਣੇ 'ਚੋਂ ਵੀ ਜਲੀਲ ਕਰਾ ਲਿਆਈ। ਤੁਸੀਂ ਉਹ ਸਮਾਂ ਵੇਖੋ ਔਰ ਉਹ ਫੈਮਿਲੀ ਦੇਖੋ ਵੀ ਇਹ ਫੈਮਿਲੀ ਕਿਹੜੀ ਹੈ, ਫਰੀडम ਫਾਈਟਰਸ ਦੀ। ਸੋ ਮੈਨੂੰ ਇਹ ਲੱਗਦਾ, ਔਰ ਇਸ ਤੋਂ ਵੀ ਵੱਡੀ ਗੱਲ, ਇਹ ਭੈਣ ਸਾਡੀ ਨੇ ਹਿਊਮਨ ਰਾਈਟਸ ਦੇ ਉੱਪਰ ਭਾਜੀ ਮਾਸਟਰਸ ਕੀਤੀ ਹੈ ਕਿ ਜਦੋਂ ਇਹ ਮਨੁੱਖੀ ਅਧਿਕਾਰਾਂ ਦੀ ਪੜ੍ਹਾਈ ਕਰਦੇ ਹੋਣਗੇ ਉਦੋਂ ਇਹਨਾਂ ਨੂੰ ਪਤਾ ਹੋਏਗਾ ਕਿ ਕੱਲ ਆਪਣੇ ਨਾਲ ਹੀ ਕੁਝ ਹੋਣ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਿਸਟਮ ਦੇਖੋ, ਮੈਂ ਮਾਣਯੋਗ DGP ਸਾਹਿਬ ਨਾਲ ਇੱਕ ਬੜੇ ਅੱਛੇ ਆਫੀਸਰ ਨੇ ਗੌਰਵ ਯਾਦਵ ਜੀ, ਅਸੀਂ ਬੜੀ ਰਿਸਪੈਕਟ ਕਰਦੇ ਹਾਂ ਉਹਨਾਂ ਦੀ। ਇੱਕ ਡਿਸਪਲਿਨਡ ਫੋਰਸ ਸਾਡੀ ਪੰਜਾਬ ਪੁਲਿਸ ਹੈ, ਬਟ ਐਟਲੀਸਟ ਜਿਹੜੀ ਥਲੜੀ ਸਾਡੀ ਭਾਜੀ ਪੁਲਿਸ ਚੌਂਕੀਆਂ 'ਚ ਥਾਣਿਆਂ 'ਚ ਜਾਂ ਤਾਂ ਇਹਨਾਂ ਨੂੰ ਸਿਖਾਓ ਪਬਲਿਕ ਡੀਲਿੰਗ। ਦੇਖੋ ਇੱਕ ਲੇਡੀਜ਼ ਅੱਜ ਸਾਡੇ ਪਾਰਲੀਮੈਂਟ ਦੇ ਵਿੱਚ, ਦਿੱਲੀ ਦੀ ਗੱਲ ਕਰਾਂਗਾ, ਅੱਜ ਪਾਰਲੀਮੈਂਟ ਦੇ ਵਿੱਚ ਕੱਲ ਮੈਂ ਮੋਦੀ ਸਾਹਿਬ ਦਾ ਦੇਖ ਰਿਹਾ ਸੀ, ਪ੍ਰਾਈਮ ਮਿਨਿਸਟਰ ਸਾਹਿਬ ਦਾ, ਅੱਜ ਜਿਹੜਾ ਨਵਾਂ ਸਾਡਾ ਪਾਰਲੀਮੈਂਟ ਬਣਿਆ ਤੇ ਸ਼ੁਰੂ ਹੋਣ ਜਾ ਰਿਹਾ ਹੈ, ਉੱਥੇ ਵੂਮਨ ਰਿਜ਼ਰਵੇਸ਼ਨ ਦਾ ਅੱਜ ਬਕਾਇਦਾ ਉਹਦਾ ਸੈਸ਼ਨ ਹੈ। ਇੱਕ ਪਾਸੇ ਤੇ ਉਹ ਚੱਲ ਰਿਹਾ ਹੈ ਤੇ ਇੱਕ ਪਾਸੇ ਅੱਜ ਦੀ ਜਿਹੜੀ ਪੰਜਾਬ ਦੀ ਧੀ ਹੈ ਉਹਦੇ ਨਾਲ ਅਸੀਂ ਭਾਜੀ ਗਾਲੀ ਗਲੋਚ ਕਰ ਰਹੇ ਹਾਂ। ਸੋ ਐਟਲੀਸਟ ਮੈਂ ਇਹ ਕਹਿੰਦਾ ਕਿ ਤੁਸੀਂ ਇਨਸਾਫ ਦੇਣਾ ਕਿ ਨਹੀਂ ਦੇਣਾ, ਤੁਸੀਂ ਐਟਲੀਸਟ ਕਿਸੇ ਨੂੰ ਜਲੀਲ ਤਾਂ ਨਾ ਕਰੋ। ਵੀ ਉਹ ਤਾਂ ਬੰਦਾ ਪਹਿਲਾਂ ਹੀ ਪਰੇਸ਼ਾਨ ਹੈ। ਪਹਿਲਾਂ ਦੇਖੋ ਹੁਣ ਕੱਲ ਨੂੰ ਜੇਕਰ ਕੋਈ ਸੁਸਾਈਡ ਹੁੰਦਾ ਹੈ, ਜੇਕਰ ਕੋਈ ਵਿਅਕਤੀ, ਮੈਂ ਸਾਰੇ ਮਸਲਾ ਹੈਗਾ ਗੱਲ ਕਰਦਾ, ਹਿਊਮਿਲੇਸ਼ਨ ਬੇਸਿਕਲੀ ਇਹ ਕਿਵੇਂ ਹੁੰਦਾ ਹੈ, ਹਿਊਮਿਲੇਸ਼ਨ ਸਰ, ਜੇਕਰ ਕਿਸੇ ਬੰਦੇ ਨੇ ਹਿਊਮਿਲੇਟ ਕਰਕੇ ਕੋਈ ਸਟੈਪ ਲਿਆ ਤੇ ਫੇਰ ਹੀ ਆਪਾਂ ਜਾਗਾਂਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਭਾਜੀ ਚਲੋ ਅਸੀਂ ਐਜ਼ ਏ ਕੌਂਸਲ ਅਸੀਂ ਹਾਈ ਕੋਰਟ ਦੇ ਵਿੱਚ ਵੀ ਅਗਲੀ ਸੁਣਵਾਈ ਤੋਂ ਪਹਿਲਾਂ ਸਾਰਾ ਮਾਮਲਾ ਰੱਖਣ ਜਾ ਰਹੇ ਹਾਂ ਵੀ ਆਹ ਕੁਛ ਸਾਡੇ ਨਾਲ ਹੋਇਆ। ਬਟ ਕਿਤੇ ਨਾ ਕਿਤੇ ਜਿਹੜੀ ਸਾਡਾ ਸਿਸਟਮ ਹੈ ਉਹਦੇ ਵਿੱਚ ਮਾਣਯੋਗ DGP ਸਾਹਿਬ ਨੂੰ ਇਹ ਹੈ ਕਿ ਇੱਦਾਂ ਦੇ ਵਿਅਕਤੀ ਜਿਹੜੇ ਨੇ ਇਹਨਾਂ ਨੂੰ ਪਬਲਿਕ ਡੀਲਿੰਗ ਤੋਂ ਇਮੀਡੀਏਟਲੀ ਫਾਰਗ ਕੀਤਾ ਜਾਵੇ। ਪਰ ਇਹਦੇ
ਵਿੱਚ ਘੁੰਮਣ ਸਾਹਿਬ ਦੇਖੀਏ, ਚਲੋ ਇੱਕ ਤਾਂ ਮਸਲਾ ਪੰਜਾਬ 'ਚ ਚੱਲ ਹੀ ਰਿਹਾ, ਉਹ ਤਾਂ ਖੈਰ ਉਦੋਂ ਬਾਅਦ ਉਹਦੇ 'ਚ ਵੀ ਹਜੇ ਕੋਰਟ ਫੈਸਲਾ ਕਰਨਗੇ ਹੋਇਆ ਕੀ ਆ, ਪਰ ਕਿਰਾਂ ਇੱਕ ਹਵਾ ਖੜੀ ਹੋ ਜਾਂਦੀ ਹੈ, ਚਰਚਾ ਖੜੀ ਹੋ ਜਾਂਦੀ ਆ। ਹੁਣ ਫਿਰ ਐਂ ਤਾਂ ਜੇ ਕਿਹਾ ਜਾਵੇ ਜਿਵੇਂ ਹੁਣ ਇਹ ਭੈਣ ਨੇ ਗੱਲ ਸੁਣਾਤੀ ਜਾਂ ਬਾਕੀ ਹੋਰਾਂ ਨੇ ਜਿਵੇਂ ਸੁਣਦੇ ਰਹਿੰਦੇ ਆਗੇ, ਤਾਂ ਜੇ ਇਹ ਨਹੀਂ ਚੀਜ਼ਾਂ ਸੁਧਾਰੀਆਂ, ਲੋਕ ਥਾਣੇ ਆਪਦੀ ਸ਼ਿਕਾਇਤਾਂ ਚੀਜ਼ਾਂ ਲੈ ਕੇ ਜਾਇਆ ਕਿਵੇਂ ਕਰਨਗੇ? ਦੇਖੋ, ਮੈਂ ਇੱਕ ਚੀਜ਼ ਸੁਮਿਤ ਜੀ ਤੁਹਾਡੇ ਚੈਨਲ ਥਰੂ ਕਹੂੰਗਾ ਕਿ ਜੋ ਵਿਹਾਰ ਇਹਨਾਂ ਦੇ ਕੇਸ ਦੇ ਵਿੱਚ ਹੋਇਆ ਹੈ, ਦੇਖੋ ਆਪਾਂ ਕੋਈ, ਮੈਂ ਇਹ ਨਹੀਂ ਵੀ ਆਪਾਂ ਕਲੈਕਟਿਵ ਰਿਸਪੌਂਸਿਬਿਲਟੀ ਫਿਕਸ ਨਾ ਕਰੀਏ ਸਾਰੀ ਪੰਜਾਬ ਪੁਲਿਸ ਦੀ। ਇਹ ਇੰਡੀਵਿਜੂਅਲ ਉਹਦਾ ਐਕਟ ਐਂਡ ਕੰਡਕਟ ਹੈ ਜਿਹੜਾ ਕਿ ਨਿੰਦਣਯੋਗ ਹੈ। ਮੈਂ ਇੱਕ ਗੱਲ ਕਰਦਾ ਕਿ ਦੇਖੋ ਭੈਣਾਂ ਨੇ, ਦੇਖੋ ਇਹ ਬੇਟੀ ਨੇ ਦੱਸਿਆ ਕਿ ਜੀ ਮੈਂ ਮਾਸਟਰਸ ਭਾਵੇਂ ਹਿਊਮਨ ਰਾਈਟਸ ਕੀਤੀ, ਪਰ ਫਰਦਰ ਸਟੱਡੀਜ਼ ਲਈ ਆਸਟ੍ਰੇਲੀਆ ਦੇ ਵਿੱਚ ਵੀ ਇਹ ਫਰਦਰ ਸਟੱਡੀਜ਼ ਕਰਕੇ ਆਏ, ਫਾਈਨਲੀ ਸੈੱਟ ਹੋਏ ਆ ਕੇ ਪੰਜਾਬ 'ਚ। ਉਹ ਸੋਚਿਆ ਹੈ ਵੀ ਸ਼ਾਇਦ ਪੰਜਾਬ ਦੇ ਵਿੱਚ ਭਵਿੱਖ ਮੇਰਾ ਕੁਝ ਬ੍ਰਾਈਟ ਹੋਏਗਾ। ਪਰ ਮੈਨੂੰ ਇਹ ਲੱਗਦਾ ਵੀ ਯਾਰ ਵੀ ਰੀਅਲੀ ਬੜੇ ਅਫਸੋਸ ਵਾਲੇ ਅਸੀਂ ਤਰੀਕੇ ਦੇ ਨਾਲ ਕਹਿ ਰਹੇ ਹਾਂ ਕਿ ਪਹਿਲਾਂ ਕੁਦਰਤੀ ਤੁਸੀਂ ਕਹ ਲਓ ਵੀ ਇਸ ਤਰੀਕੇ ਦੇ ਸਹੁਰੇ ਪਰਿਵਾਰ ਦੀ ਬਰੂਟੈਲਿਟੀ, ਉਸ ਤੋਂ ਬਾਅਦ ਫਿਰ ਜਿਹੜੀ ਨੈਕਸਟ ਪੁਲਿਸ ਤੇ ਪੁਲਿਸ ਦਾ ਵੀ ਜਿਹੜਾ ਐਕਟ ਐਂਡ ਕੰਡਕਟ ਹੈ ਜਿਹਨੂੰ ਰਿਪਰੈਜ਼ੈਂਟ ਕਰ ਰਿਹਾ KSI ਇੰਚਾਰਜ, ਤੇ ਉਹਦਾ ਢੰਗ ਇਸ ਤਰੀਕੇ ਦਾ ਹੈ ਵੀ ਜਿਹੜੇ ਸ਼ਬਦ ਅਸੀਂ ਮੂੰਹ ਚੋਂ ਕੱਢਣ ਵੇਲੇ ਵੀ 100 ਵਾਰੀ ਸੋਚਦੇ ਹਾਂ, ਉਹਨਾਂ ਨੇ ਉਹ ਸ਼ਬਦ ਇਹਨਾਂ ਦੇ ਲਈ ਵਰਤੇ। ਔਰ ਮੈਨੂੰ ਇਹ ਪਰਸਨਲੀ ਲੱਗਦਾ ਹੈ ਕਿ ਜਿੰਨੇ ਵੀ ਪੁਲਿਸ ਆਫੀਸਰਸ ਨੇ, DGP ਸਾਹਿਬ ਨੇ, ਮੈਨੂੰ ਲੱਗਦਾ ਕਿਉਂਕਿ ਮੋਸਟਲੀ ਤੁਸੀਂ ਇੱਕ ਚੀਜ਼ ਦੇਖੋ ਸੁਮਿਤ ਜੀ, ਮੈਂ ਇੱਕ ਗੱਲ ਜਰਨਲੀ ਕਰਾਂਗਾ, ਜਿਹੜੇ ASIs ਨੇ ਇਹ ਮੋਸਟਲੀ ਕੇਸਾਂ ਦੇ ਵਿੱਚ IOs ਨੇ। ਮੇਰਾ ਇੱਕ ਸੁਜੈਸ਼ਨ ਹੈ ਟੂ ਦੀ DGP ਕੰਸਰਨਡ ਨੂੰ, CM ਸਾਹਿਬ ਨੂੰ, ਵੀ ਜਿਹੜੇ ਬੰਦੇ ਤੁਸੀਂ ਪਬਲਿਕ ਡੀਲਿੰਗਸ ਤੇ ਬਿਠਾਏ ਨੇ, ਯਾਰ ਐਟ ਲੀਸਟ ਇਹਨਾਂ ਨੂੰ ਇੱਕ ਮਹੀਨੇ ਦੀ ਤੁਸੀਂ ਕੋਈ ਟ੍ਰੇਨਿੰਗ ਦਾ ਇਹਨਾਂ ਨੂੰ ਲਵਾਵੋ, ਜਿੱਥੇ ਇਹਨਾਂ ਨੂੰ ਪਤਾ ਲੱਗੇ ਯਾਰ ਵੀ ਤੁਸੀਂ ਲੋਕਾਂ ਦੇ ਨਾਲ, ਪਬਲਿਕ ਨਾਲ ਤੁਸੀਂ ਡੀਲ ਕਿਵੇਂ ਕਰਨਾ ਹੈ। ਮੈਂ ਕਹਿੰਦਾ ਚਲੋ ਕਿਸੇ ਸਾਡੇ ਵਰਗੇ ਕਿਸੇ ਭੈਣ ਲੜਕਿਆਂ ਦੀ ਜੇ ਕਿਤੇ ਕੋਈ ਗਾਲੀ ਗਲੋਚ ਕੱਢ ਦੇਣ, ਕਿਸੇ ਬੰਦਾ ਕੋਈ ਟੋਲਰੇਟ ਕਰ ਸਕਦਾ ਹੈ, ਪਰ ਯਾਰ ਇੱਕ ਇਹ ਬੇਟੀ ਜਾਂ ਇਹਨਾਂ ਦੀ ਮਦਰ ਜਾਂ ਇਹਨਾਂ ਦੇ ਫਾਦਰ, ਉਹਨਾਂ ਦੇ ਸਾਹਮਣੇ ਤੁਸੀਂ ਉਹਨਾਂ ਨੂੰ ਯਾਰ ਤੁਸੀਂ ਗਾਲਾਂ ਕੱਢ ਰਹੇ ਹੋ। ਤੁਸੀਂ ਮੈਂ ਸਮਝ ਹੀ ਨਹੀਂ ਪਾ ਰਿਹਾ ਵੀ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ। ਕਿ ਇਹਨਾਂ ਦੇ ਪਾਰਟ ਤੇ ਕੋਈ ਗਲਤੀ ਹੋ ਗਈ ਜਿਹਨਾਂ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਜਾ ਕੇ ਦਰਵਾਜ਼ਾ ਖੜਕਾਤਾ? ਕਿ ਇਹਨਾਂ ਦੇ ਪਾਰਟ ਤੇ ਕੋਈ ਗਲਤੀ ਹੋ ਗਈ ਜੇ ਲੜਕੀ ਦਾ ਸੀ, ਇਹਨਾਂ ਦੇ ਪੇਰੈਂਟਸ ਨੇ ਜਿੰਨੇ ਜੋਗੀ ਉਹਨਾਂ ਦੀ ਤਫੀਕ ਸੀ ਉਹਨਾਂ ਨੇ ਵਿਆਹ ਕਰਤਾ? ਕਿ ਇਹਨਾਂ ਦੇ ਪਾਰਟ ਤੇ ਕੋਈ ਗਲਤੀ ਹੋ ਗਈ ਜਿਹਨਾਂ ਨੇ ਕੰਪਲੇਂਟ? ਇਹਦਾ ਮਤਲਬ ਕੀ ਫਿਰ ਘਰ ਬਹਿ ਜਾਣ? ਤੁਸੀਂ ਵੈਸੇ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਚਲੋ ਇੱਕ ਤਾਂ ਹੁੰਦਾ ਗੁੱਸੇ 'ਚ ਬੋਲਣਾ, ਇੱਕ ਉਹ ਜਿਵੇਂ ਕਹਿੰਦੇ ਵੀ ਗਾਲੀ ਗਲੋਚ ਕਰਨਾ, ਗਾਲੀ ਗਲੋਚ ਤਾਂ ਹੁਣ ਤੁਸੀਂ ਕਿਹਾ ਉਹਨਾਂ ਨੂੰ ਵਿੱਚ ਮਾੜਾ ਜਿਹਾ ਬੋਲੇ ਵੀ ਕਿ ਇਹ ਤੁਸੀਂ ਸਾਨੂੰ ਗਾਲਾਂ ਤਾਂ ਨਾ ਕੱਢੋ, ਕਮ ਸੇ ਕਮ ਇਸ ਤਾਂ ਕੋਰਟ ਦੇ ਆਰਡਰ ਹੀ ਅੱਗੇ ਕੰਪਲਾਈਸ ਕਰਾਉਣਾ ਹੈ। ਹਾਂਜੀ, ਅਸੀਂ ਉਹਨਾਂ ਨੂੰ ਵਿੱਚ ਵਾਰ-ਵਾਰ ਕਹਿੰਦੇ ਰਹੇ ਵੀ ਸਰ ਅਸੀਂ ਤੁਹਾਡੇ ਨਾਲ ਕਿਸ ਲਹਿਜੇ 'ਚ ਗੱਲ ਕਰ ਰਹੇ ਹਾਂ ਤੇ ਤੁਸੀਂ ਅੱਗੋਂ ਨਾ ਬੋਲੋ ਇੱਦਾਂ, ਤਾਂ ਉਹਨਾਂ ਨੇ ਸਾਡੀ ਗੱਲ ਹੀ ਨਹੀਂ ਸੁਣੀ ਜੀ। ਉਹ ਤਾਂ ਬਸ ਆਪਦਾ ਲਗਾਤਾਰ ਗਾਲਾਂ ਹੀ ਕੱਢੀ ਗਏ ਆ, ਤੇ ਉਹ ਇੱਦਾਂ ਗਾਲਾਂ ਕੱਢਦੇ ਮਤਲਬ ਖੜੇ ਹੋ ਕੇ ਉਹ ਆਪਣੇ ਬਾਹਰ ਚਲੇ ਗਏ ਆਫਿਸ ਤੋਂ, ਤੇ ਅਸੀਂ ਫਿਰ ਉਹਨਾਂ ਦੇ ਪਿੱਛੋਂ ਮਤਲਬ ਬਾਅਦ 'ਚ ਬਾਹਰ ਨਿਕਲੇ ਆ। ਮਤਲਬ ਉਹਨਾਂ ਨੇ ਸਾਡੀ ਇਸ ਗੱਲ ਦਾ ਤਾਂ ਕੋਈ ਰਿਪਲਾਈ ਨਹੀਂ ਕੀਤਾ। ਪਰ ਜਿਵੇਂ ਤੁਸੀਂ ਖੁਦ ਕਿਹਾ ਵੀ ਇਸ ਚੀਜ਼ ਨੂੰ ਲੈ ਕੇ ਵੀ CCTV ਫੁਟੇਜ ਕਢਾਈ ਜਾਵੇ, ਕਿਉਂਕਿ ਤੁਹਾਨੂੰ ਵੀ ਪਤਾ ਵੀ ਜੇ ਉਹ CCTV ਫੁਟੇਜ ਨਿਕਲਦੀ ਆ ਤਾਂ ਜਿਹੜੀ ਗੱਲ ਤੁਸੀਂ ਅੱਜ ਕਰ ਰਹੇ ਹੋ ਵੀ ਉਹ ਠੀਕ ਐਜ਼ ਇਟ ਉਸੇ ਤਰ੍ਹਾਂ ਦੇ ਨਾਲ ਆ, ਯਾਨੀ ਕਿ ਤੁਹਾਡੇ ਕੰਨਿਓ ਕੋਈ, ਯਾਨੀ ਕਿ ਕੋਈ ਨਹੀਂ ਇਸ ਤਰ੍ਹਾਂ ਦੀ ਕੋਈ ਗਲਤ ਹੋ ਕਰੀ ਗਈ ਕਿ ਬੰਦਾ ਅੱਗੇ ਕੋਈ ਟੈਸਟ ਆ ਜਾਏ। ਹਾਂਜੀ ਸਰ, ਮੈਂ ਚਾਹੁੰਦੀ ਹਾਂ ਵੀ CCTV ਫੁਟੇਜ ਨਿਕਲੇ, ਵਿਦ ਆਡੀਓ ਨਿਕਲੇ। ਜੇ ਸਾਡੀ ਕੋਈ ਗਲਤੀ ਹੋਊਗੀ, ਅਸੀਂ ਉਹਨਾਂ ਨੂੰ ਮਤਲਬ ਕੁਝ ਗਲਤ ਬੋਲਿਆ ਹੋਊਗਾ ਜਾਂ ਉੱਚੀ ਬੋਲਿਆ ਹੋਊਗਾ, ਉਹਨਾਂ ਨਾਲ ਕੋਈ ਮਿਸਬਿਹੇਵ ਕੀਤਾ ਹੋਊਗਾ, ਤਾਂ ਬਣਦੀ ਕਾਰਵਾਈ ਸਾਡੇ ਤੇ ਕੀਤੀ ਜਾਵੇ, ਨਹੀਂ ਫਿਰ ਉਹਨਾਂ ਤੇ ਜ਼ਰੂਰ ਕੀਤੀ ਜਾਵੇ। ਪਰ ਇਹਦੇ 'ਚ ਇੱਕ ਚੀਜ਼ ਇਹ ਹੈ, ਹੁਣ ਘੁੰਮਣ ਸਾਹਿਬ ਆਮ ਬੰਦੇ ਦੇ ਕੀ ਰਾਈਟ ਰਹਿੰਦੇ ਨੇਗੇ, ਕਿਉਂਕਿ ਕੋਰਟ ਜਿਵੇਂ ਕਹਿੰਦੇ ਆ ਲਾਅ ਦੇ ਵਿੱਚ ਤਾਂ ਆਮ ਬੰਦੇ ਨੂੰ ਵੀ ਉਨਾ ਹੀ ਪ੍ਰੋਟੈਕਟ ਕੀਤਾ ਗਿਆ ਕਿ ਚਲੋ ਹਾਲਾਂਕਿ ਕੋਈ ਵੀ ਸਰਵਿਸ ਕਰਦਾ ਉਹਨੂੰ ਵੀ ਪ੍ਰੋਟੈਕਟ ਕੀਤਾ ਹੋਇਆ, ਪਰ ਆਮ ਬੰਦੇ ਨੂੰ ਵੀ ਉਹ ਕਰਿਆ ਹੋਇਆ ਅੱਗੇ ਕਿਸੇ ਨਾਲ ਹੁੰਦੀਆਂ ਹੈ। ਤਾਂ ਜੇ ਕਿਹਾ ਜਾਵੇ ਲਾਅ ਦੇ ਤਰੀਕੇ ਦੇ ਨਾਲ ਕੀ ਉਹਦੀਆਂ ਸਜ਼ਾਵਾਂ ਨੇਗੀਆਂ, ਜਾਂ ਇਸੇ ਮਾਮਲੇ 'ਚ ਜੇ ਲਾ ਲਓ ਜੇ ਕੱਲ੍ਹ ਉਹ ਐਕਟ ਹੁੰਦਾ ਇਹਦੇ 'ਚ ਕੋਈ ਕਾਰਵਾਈ ਹੁੰਦੀ ਆ ਤਾਂ ਕੀ ਹੋ ਸਕਦਾ? ਦੇਖੋ ਇਹਦੇ 'ਚ ਪ੍ਰੋਵੀਜ਼ਨ ਬੜਾ ਕਲੀਅਰ ਹੈ, ਜੋ ਇਹਨੇ ਐਕਟ ਐਂਡ ਕੰਡਕਟ ਕਰਕੇ ਦਿਖਾਇਆ ਹੈ ਇਹਦੇ ਖਿਲਾਫ ਅਸੀਂ ਰਿਪਰੈਜ਼ੈਂਟੇਸ਼ਨ ਆਲਰੇਡੀ ਦੇ ਚੁੱਕੇ ਹਾਂ। ਸੋ ਇਹਦੇ 'ਚ ਪ੍ਰੋਵੀਜ਼ਨਸ ਜਿਹੜੇ ਮੈਂ ਤੁਹਾਨੂੰ ਦੱਸ ਕੇ ਬੈਠਾ 354 ਕੀ ਕਿ ਜੇਕਰ ਤੁਸੀਂ ਲੇਡੀਜ਼ ਨੂੰ, ਲੜਕੀਆਂ ਨੂੰ ਜੇਕਰ ਤੁਸੀਂ ਬੇਇੱਜ਼ਤ ਕਰਦੇ ਹੋ, ਵੀ ਸਪੈਸ਼ਲੀ ਪੁਲਿਸ ਸਟੇਸ਼ਨ, ਸਜ਼ਾ ਕੀ ਆ ਉਹਦੀ? ਸਜ਼ਾ ਉਹ 'ਚ ਨੋਨ ਅਵੇਲੇਬਲ ਅਫੈਂਸ ਹੈ, 3 ਸਾਲ ਸਜ਼ਾ ਉਹਦੇ ਵਿੱਚ। 354 ਤੇ 509 IPC ਤੁਸੀਂ ਕੱਢ ਲਓ, ਜਿਹਦੇ 'ਚ ਇਹ ਵੀ ਤੁਸੀਂ ਵਰਡਸ ਯੂਜ਼ ਕਰੋ। ਇਹ ਜ਼ਰੂਰੀ ਨਹੀਂ ਹੈਗਾ ਆਊਟਰੇਜ ਦੀ ਮੋਡੈਸਟੀ, ਕੋਈ ਕਹਿੰਦਾ ਜੀ ਕਿਸੇ ਨੇ ਕੋਈ ਅਫੈਂਸ ਅਗੇਂਸਟ ਵੂਮੈਨ, ਸੈਕਸ਼ੂਅਲ ਅਫੈਂਸ, ਜਿਵੇਂ ਆਪਾਂ ਕਿਸੇ ਦੀ ਚੁੰਨੀ ਨੂੰ ਬੰਦੇ ਨੇ ਕਿਸੇ ਨੇ ਹੱਥ ਪਾਤਾ, ਕੋਈ ਜ਼ਰੂਰੀ ਨਹੀਂ ਹੈਗਾ ਵੀ ਉਸ ਤਰੀਕੇ ਦਾ ਅਫੈਂਸ ਹੋਵੇ। ਉਹ ਕਹਿੰਦੇ ਜੇਕਰ ਤੁਸੀਂ ਵਰਡਸ ਯੂਜ਼ ਕਰੋ, ਤੁਹਾਡੇ ਜੈਸਚਰਸ ਜਿਹੜੇ ਨੇ ਉਹ ਐਂ ਲੱਗਣ ਵੀ ਲੇਡੀ ਦੀ ਇਨਸਲਟ ਕਰਨ ਵਾਲੀ ਗੱਲ ਹੈ, ਜਾਂ ਤੁਸੀਂ ਅਬਿਊਜ਼ਿਵ ਲੈਂਗੁਏਜ ਕਰੋ ਵਿਦ ਦਾ ਮੋਟਿਵ ਟੂ ਇਨਸਲਟ ਦੀ ਮੋਡੈਸਟੀ ਆਫ ਦੀ ਵੂਮੈਨ। ਸੋ ਉਹਦੇ 'ਚ ਸਪੈਸੀਫਿਕਲੀ ਤੁਸੀਂ ਕਹ ਲਓ ਵੀ ਉਹਦੇ 'ਚ ਸਜ਼ਾਵਾਂ ਨੇ, ਉਹ ਵੀ ਅਫੈਂਸ ਜਿਹੜਾ 509 ਉਹਦੇ 'ਚ ਵੀ 3 ਸਾਲ ਨੋਨ ਅਵੇਲੇਬਲ ਅਫੈਂਸ ਹੈ। ਔਰ ਮੈਂ ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ ਕਿ ਇਹ ਜਿਹੜੀ ਇਸ ਤਰੀਕੇ ਦੀ ਜਿਹੜੀ ਪ੍ਰੈਕਟਿਸ ਹੈ ਪੰਜਾਬ ਪੁਲਿਸ ਦੀ, ਮੈਂ ਮੋਸਟ ਆਬਜੈਕਸ਼ਨੇਬਲ ਹੈ। ਮੈਂ ਆਪਣੇ ਵੱਲੋਂ ਅਸੀਂ ਸਾਰੀ ਲੀਗਲ ਟੀਮ
ਸਾਡੇ ਵੱਲੋਂ ਅੱਜ ਸੀਐਮ ਸਾਹਿਬ ਨੂੰ ਵੀ ਜਾਣਾ ਹੈ ਵੀ ਐਟ ਲੀਸਟ ਇਹ ਪ੍ਰੈਕਟਿਸ ਜਿਹੜੀ ਹੈ, ਜਿੱਥੇ ਸਾਡੀਆਂ ਭੈਣਾਂ ਨੇ ਇਹ ਭੈਣਾਂ ਨੇ, ਕੱਲੀਆਂ ਵਕੀਲ ਨਹੀਂ ਹੈਗੇ ਅਸੀਂ, ਸੋ ਅਸੀਂ ਜਿੱਥੇ ਕਿਤੇ ਸਾਡੀਆਂ ਭੈਣਾਂ ਦੀ ਇਨਸਲਟ ਹੁੰਦੀ ਹੈ ਉੱਥੇ ਅਸੀਂ ਗੱਡ ਕੇ ਅਸੀਂ ਆਪਣੀਆਂ ਭੈਣਾਂ ਦੇ ਨਾਲ ਖੜੇ ਹਾਂ। ਔਰ ਮੈਂ ਕਾਨੂੰਨੀ ਲੜਾਈ ਵੀ ਲੜਾਂਗੇ, ਪਰ ਦੂਜੇ ਪਾਸੇ ਇਹ ਮਾਮਲਾ ਸਾਡੇ ਸਮੁੱਚੇ ਪੰਜਾਬ ਦਾ ਹੈ। ਅਸੀਂ ਵੀ ਪੰਜਾਬ ਦੀਆਂ, ਅਸੀਂ ਕਿਸੇ ਬਾਹਰਲੀਆਂ ਸਟੇਟਾਂ ਤੋਂ ਵਕਾਲਤਾਂ ਕਰਕੇ ਨਹੀਂ ਆਏ, ਇੱਥੋਂ ਹੀ ਪੜ੍ਹੇ ਹਾਂ, ਇੱਥੋਂ ਹੀ ਸਾਰੇ ਜੰਮੇ ਪਲੇ ਹਾਂ। ਸੋ ਮੇਰਾ ਇਹ ਵੀ ਇਹ ਜਿਹੜਾ ਦਸਤੂਰ ਅਡਾਪਟ ਕੀਤਾ ਹੈ, ਇਹ ਇਮੀਡੀਏਟਲੀ ਡੀਜੀਪੀ ਸਾਹਿਬ ਇਹਨਾਂ ਦੇ ਖਿਲਾਫ ਸਖਤ ਫੈਸਲਾ ਲੈਣ, ਇਹਨੂੰ ਇਮੀਡੀਏਟਲੀ ਇਹੋ ਜਿਹੇ ਬੰਦੇ ਨੂੰ ਸਸਪੈਂਡ ਕਰਨ, ਇਹਨੂੰ ਡਿਸਮਿਸ ਕਰਨ, ਇਹਨੂੰ ਇਸ ਪਬਲਿਕ ਡਿਊਟੀ ਤੋਂ ਵਾਂਝਾ ਕੀਤਾ ਜਾਵੇ, ਤੇ ਰੈਸਟ ਉਹ ਵੀ ਜਿਹੜੇ ਮਾਮਲੇ ਰੂਟੀਨ 'ਚ ਜਿਹੜੇ ਪੁਲਿਸ ਅਫਸਰਾਂ ਨੇ ਇਸ ਤਰੀਕੇ ਦੀ ਪ੍ਰੈਕਟਿਸ ਕੀਤੀ ਹੈ, ਇਮੀਡੀਏਟਲੀ ਇਹਨਾਂ ਚੀਜ਼ਾਂ ਨੂੰ ਬੰਦ ਕੀਤਾ ਜਾਵੇ। ਪਰ ਇਹਦੇ 'ਚ ਆਪਾਂ ਪਹਿਲਾਂ ਸੁਣਦੇ ਹੁੰਦੇ ਸੀ, ਵੈਸੇ ਘੁੰਮਣ ਸਾਹਿਬ ਸਿਸਟਮ ਬਦਲਿਆ ਨਹੀਂ ਹੈਗਾ, ਸਮਾਂ ਬਦਲਿਆ ਨਹੀਂ ਹੈਗਾ। ਪਹਿਲਾਂ ਸੁਣਦੇ ਹੁੰਦੇ ਸੀਗੇ ਵੀ ਕਿਸੇ ਪੁਲਿਸ ਮੁਲਾਜ਼ਮ ਨੇ ਜਿਵੇਂ ਸਿੱਧੀ ਗੱਲ ਕਰਤੀਆਂ, ਖੁਦ ਅਜੇ ਕਿਹਾ ਜਾਵੇ ਪੁਲਿਸ ਸਿਸਟਮ ਵੀ ਮੰਨਦਾ ਰਿਹਾ ਵੀ ਜੀ ਜਨਾਬ ਕਹਿ ਕੇ ਤੁਸੀਂ ਗੱਲ ਕਰਨੀ ਹੈ, ਤਾਂ ਉਹ ਹਜੇ ਜੀ ਜਨਾਬ ਹਜੇ ਜੇ ਕਿਹਾ ਜਾਵੇ ਹਜੇ ਵੀ ਕੁਝ ਲੋਕ ਹੈਗੇ ਨੇ ਇਸ ਤਰ੍ਹਾਂ ਦੇ, ਸਾਰਿਆਂ ਨੂੰ ਤਾਂ ਨਹੀਂ ਕਹਾਂਗੇ ਖੈਰ, ਕਿਉਂਕਿ ਨਵੀਂ ਜਿਹੜੀ ਨਫਰੀ ਆਈ ਹੈ ਜਾਂ ਉਹ ਮੁੰਡੇ ਆਏ ਨੇ, ਕੁੜੀਆਂ ਆਈਆਂ ਨੇ, ਧੀਆਂ ਆਈਆਂ ਨੇਗੀਆਂ, ਉਹਨਾਂ ਦੇ ਵੱਲੋਂ ਬੜਾ ਸਿਸਟਮ ਖੈਰ ਠੀਕ ਵੀ ਹੋਇਆ, ਪਰ ਹਜੇ ਵੀ ਲੱਗਦਾ ਵੀ ਕਈ ਲੋਕ ਉਹ ਪੁਰਾਣੀ ਲੀਹ ਤੋਂ ਪਿੱਛੇ ਨਹੀਂ ਹਟ ਰਹੇ। ਨਹੀਂ ਭਾਜੀ, ਮੈਂ ਨਾ ਤੁਹਾਨੂੰ ਇੱਕ ਚੀਜ਼ ਸੁਮਿਤ ਜੀ ਬੜੀ ਕਲੀਅਰ ਦੱਸਦਾ ਹਾਂ। ਸਾਡੀ ਪੰਜਾਬ ਪੁਲਿਸ ਬੜੀ ਡਿਸਪਲਿਨ ਫੋਰਸ ਹੈ, ਬੜੀ ਬਰੇਵ ਫੋਰਸ ਹੈ, ਮੈਂ ਇਹਨੂੰ ਐਪਰੀਸ਼ੀਏਟ ਕਰਾਂਗਾ। ਪੰਜੇ ਉਂਗਲਾਂ ਨੂੰ ਅਸੀਂ ਬਰਾਬਰ ਨਹੀਂ ਰੱਖਣਾ, ਪਰ ਇੱਥੇ ਆ ਕੇ ਨਾ ਕਿਤੇ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹੁੰਦਾ, ਜੋ ਮੈਨੂੰ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਹੈ, ਘਾਟ ਕਿੱਥੇ ਹੈ। ਇੱਕ ASI ਜਿਹਦੇ ਕੋਲੇ ਗਏ ਨੇ, ਉਹ ਭਰਤੀ ਕੀ ਹੋਇਆ ਸੀ? ਕਾਂਸਟੇਬਲ। ਉਹਦੀ ਕੁਆਲੀਫਿਕੇਸ਼ਨ ਕੀ ਸੀ? +2। ਹੁਣ ਉਹ ਤਰੱਕੀ ਛੋਟੀ ਲੈਂਦਾ, ਉਹ ASI ਬਣ ਗਿਆ। ਮੈਨੂੰ ਨਹੀਂ ਲੱਗਦਾ ਵੀ ਉਸ ASI ਨੂੰ ਆਰਡਰਾਂ ਦੀ ਵੀ ਇੰਗਲਿਸ਼ 'ਚ ਭਾਜੀ ਸਮਝੇ। ਹੁਣ ਇੱਕ ਮੈਨੂੰ ਚੀਜ਼ ਦੀ ਇਹ ਨਹੀਂ ਸਮਝ ਲੱਗ ਰਹੀ ਕਿ ਇੱਕ ਮਾਣਯੋਗ ਹਾਈ ਕੋਰਟ ਦੇ ਜੱਜ ਸਾਡੇ, DGP ਸਟੇਟ ਪਾਰਟੀ ਬਣੀ ਹੋਈ ਹੈ, ਅਸੀਂ ਆਰਡਰ ਕਰਵਾ ਰਹੇ ਹਾਂ, ਉਹ ਮੈਨੂੰ ਇਹ ਨਹੀਂ ਸਮਝ ਆਈ ਵੀ ਉਹ SSP ਵੀ ਕਿਤੇ ਬਿਜ਼ੀ ਹੈ, ਡਿਪਟੀ ਵੀ ਬਿਜ਼ੀ ਨੇ, ਉਹ ਹੌਲੀ ਫਾਈਲ ASI ਨੂੰ ਦੇਤੀ। ASI ਤੋਂ ਬਾਅਦ ਹੁਣ ਕੀ ਪਤਾ ਲੱਗਾ, ਇਹ 18 ਤਰੀਕ ਨੂੰ SHO ਨਾਲ ਸਭ ਨਾਲ ਗੱਲ ਹੋਈ, ਉਹਨਾਂ ਨੇ ਕਹਿਤਾ ਜੀ ਤੁਸੀਂ ਜਾ ਕੇ ਚੌਂਕੀ ਜਾ ਕੇ ਉਹਨੂੰ ਨਾ ਮਿਲਿਓ ਤੇ ਮੁਨਸ਼ੀ ਨੂੰ ਦੇ ਆਓ। ਹੁਣ ਕੰਪਲੇਂਸ ਜਿਹੜੀ ਕੀਤੀ ਹੈ ਸੁਮਿਤ ਜੀ, ਉਹ ਇੱਕ ਮੁਨਸ਼ੀ ਸਾਹਿਬ ਨੇ ਕੀਤੀ ਹੈ, ਉਹ ਜਿਹੜੇ +2 ਵਾਲੇ ਨੇ, ਮੈਂ ਤੁਹਾਨੂੰ ਦਿਖਾਉਣਾ, ਆਹ ਦੇਖੋ। ਚਲੋ ਅਲਟੀਮੇਟਲੀ ਉਹਨੇ ਕੀਤੀ, ਭਾਵੇਂ ਉਹ ਮੁਨਸ਼ੀ ਸੀ। ਹੁਣ ਮੈਂ ਇੱਥੇ ਆ ਕੇ ਇਸ ਗੱਲੋਂ ਹੈਰਾਨਾ ਵੀ ਇਹ ਜਿਹੜੇ ਦੇਖੋ ਬੜੇ ਸੈਂਸਿਟਿਵ ਇਸ਼ੂਜ਼ ਨੇ, ਇਹਨਾਂ 'ਚ ਕਿਉਂ ਡਿਪਟੀ ਜਿਹੜੇ ਸਾਡੇ ਨੇ DSP ਗਸਟਡ ਆਫੀਸਰ ਜਿਹੜਾ ਹੈ, ਐਟਲੀਸਟ ਗ੍ਰੈਜੂਏਟ ਜਿਹੜਾ ਹੈ, ਉਹ ਕਿਉਂ ਨਹੀਂ ਇਹਨਾਂ ਕੇਸਾਂ ਦੇ ਵਿੱਚ ਤਫਤੀਸ਼ੀ ਆਪ ਬਣਦੇ? ਆ ਜਾ ਕੇ ਤਫਤੀਸ਼ੀ ਬਣ ਜਾਂਦਾ ਹੈ KSI, ਜਿਹੜਾ ਮੈਂ ਨਹੀਂ ਕਹਿੰਦਾ ਵੀ ਉਹਨਾਂ ਦਾ ਤਜਰਬਾ ਘੱਟ ਹੈ, ਪਰ ਕਿਤੇ ਨਾ ਕਿਤੇ ਹਾਈ ਕੋਰਟਾਂ ਦੇ ਜਿਹੜੇ ਸਾਡੇ ਮਾਣਯੋਗ ਕੋਰਟਸ ਦੇ ਆਰਡਰ ਨੇ, ਲੀਗਲ ਲੈਂਗੁਏਜ ਹੈ, ਇੰਗਲਿਸ਼ ਬੜੀ ਫਾਈਨ ਤਰੀਕੇ ਨਾਲ ਲਿਖੀ ਹੈ, ਉਹ ਸਮ ਟਾਈਮ ਭਾਜੀ ਉਹਨਾਂ ਦੀ ਸਮਝ ਤੋਂ ਬਾਹਰ ਜਾਂਦੀ ਹੈ। ਸੋ ਇਹਦੇ 'ਚ ਕਿਤੇ ਨਾ ਕਿਤੇ ਵੈਰੀ ਫਰੈਂਕਲੀ ਮੈਨੂੰ ਇਹ ਲੱਗਦਾ ਹੈ ਕਿ ਇੱਥੇ ਚੰਗੇ ਜਿਹੜੇ ਆਫੀਸਰਸ ਨੇ, ਗਸਟਡ ਆਫੀਸਰਸ, ਤਫਤੀਸ਼ੀ, ਉਹਨਾਂ ਨੂੰ ਰਹਿਣਾ ਚਾਹੀਦਾ ਹੈ। ਇਹ ਮਾੜੀ ਮੋਟੀ ਹੈਲਪ ਕਰਨ ਨੂੰ ਬਣ ਜਾਣ, ਉਹਨਾਂ ਦਾ ਜਿਹੜਾ ਅਸਿਸਟੈਂਟ ਕਹਿ ਲਓ, ਬਟ ਇਹ ਨਾ ਹੋਵੇ ਵੀ ਫਾਈਲ ਹੀ ਉਹਦੇ ਮਿਸਲ ਹੀ ਉਹਦੇ ਹੱਥ 'ਚ। ਇਹ ਕਿਤੇ ਹੋ ਸਕਦਾ ਵੀ ਅੰਗਰੇਜ਼ੀ ਕਰਕੇ ਵੀ ਕਹਾਣੀ ਪੈ ਗਈ ਹੋਵੇ। ਲਾਸਟ ਦੇ ਵਿੱਚ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਮੋਸਟਲੀ ਜੜਿਆਂ ਦੇ ਵਿੱਚ ਨਾ ਸੁਮਿਤ ਜੀ, ਜਿੱਥੇ ਦੇਖੋ ਮੈਟਰਸ ਅਫੈਂਸ ਅਗੇਂਸਟ ਵੂਮਨ, ਮੋਸਟਲੀ ਸਾਡੇ ਜਿਹੜੇ ਜੱਜਿਸ ਨੇ ਉਹਨਾਂ ਦੀ ਬਕਾਇਦਾ ਸਪੈਸ਼ਲ ਬੈਂਚ ਬਣਦੇ ਨੇ, ਸਪੈਸ਼ਲ ਜੱਜਿਸ ਹੁੰਦੇ ਨੇ ਵੀ ਜਿਹੜੇ ਉਹ ਅਫੈਂਸ ਅਗੇਂਸਟ ਵੂਮਨ ਨੂੰ ਡੀਲ ਕਰਦੇ ਨੇ। ਮੋਸਟਲੀ ਜ਼ਿਲ੍ਹਿਆਂ ਦੇ ਵਿੱਚ DSPs ਅਪਾਇੰਟ ਕੀਤੇ ਨੇ ਕ੍ਰਾਈਮ ਅਗੇਂਸਟ ਵੂਮਨ ਐਂਡ ਚਿਲਡਰਨ। ਹੁਣ ਮੈਂ ਗੱਲ ਕਰਦਾ ਕਿ ਜਿੱਥੇ ਇੱਕ ਮਾਣਯੋਗ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਹਲਫਨਾਮਾ ਤੇ ਲਾਂਦਾ ਹੈ ਗਸਟਡ ਆਫੀਸਰ, DSP ਜਾਂ ACP, ਅਸਿਸਟੈਂਟ ਕਮਿਸ਼ਨਰ ਪੁਲਿਸ। ਹੁਣ ਤੁਸੀਂ ਇੱਕ ਦੇਖੋ ਕਿ ਮਾਣਯੋਗ ਕੋਰਟ ਦੀ ਸਪੈਸੀਫਿਕਲੀ ਪਾਰਟੀਕੂਲਰ ਡਾਇਰੈਕਸ਼ਨ ਸੀ ਵੀ ਆਹ ਚੀਜ਼ ਤੁਸੀਂ ਕਰਕੇ ਦੇਵੋ, ਉਹਦੀ ਕੰਪਲੇਂਸ ਕੌਣ ਕਰ ਰਿਹਾ? ਇੱਕ ਹੌਲਦਾਰ ਲੈਵਲ ਦਾ ਇੱਕ ਜਿਹੜਾ ਪੁਲਿਸ ਇੰਪਲਾਈ ਹੈ। ਹੁਣ ਇੱਥੇ ਆ ਕੇ ਜਿਹੜਾ ਇੱਕ ਵੱਡਾ ਹੈ, ਜੇਕਰ ਕੋਈ ਐਜੂਕੇਟਡ ਬੰਦਾ ਉਸ ਆਰਡਰ ਨੂੰ ਪਹਿਲਾਂ ਪੜ੍ਹੇ, ਉਹਨੂੰ ਇਹ ਦੇਖੇ ਵੀ ਇਹਦੇ 'ਚ ਕੀ ਸੈਂਸਿਟੀਵਿਟੀ ਹੈ, ਕੀ ਡਾਇਰੈਕਸ਼ਨ ਹੈ, ਤਾਂ ਅੱਜ ਇਹ ਨੌਬਤ ਨਹੀਂ ਸੀ ਹੋਣੀ ਜਿੱਥੇ ਅੱਜ ਅਸੀਂ ਆ ਕੇ ਖੜ੍ਹੇ ਹਾਂ। ਔਰ ਦੂਜੀ ਗੱਲ, ਜੇਕਰ ਉਸ ਨਲਾਇਕ ਅਫਸਰ ਨੂੰ IO ਨੂੰ ਨਹੀਂ ਸੀ ਆਇਆ ਪੜ੍ਹਨਾ, ਤਾਂ ਮੈਨੂੰ ਇਹ ਲੱਗਦਾ ਸੀ ਵੀ ਉਹ ਆਪਣੇ ਸੁਪੀਰੀਅਰ ਆਫੀਸਰ ਸੀਗੇ ਉਹਨਾਂ ਨੂੰ ਕੰਸਲਟ ਕਰਦਾ। ਮੇਰੇ ਖਿਆਲ 'ਚ ਕੰਸਰਨਡ SHO ਮੈਡਮ ਨਹੀਂ ਉੱਥੇ, ਉਹਨਾਂ ਨੂੰ ਕੰਸਲਟ ਕਰ ਸਕਦਾ ਸੀ। ਉਸ ਤੋਂ ਬਾਅਦ ਫਿਰ ਉਹ ਆਪਣੀ ਕੋਈ ਗੱਲਬਾਤ ਉਹਦੇ 'ਤੇ ਰੱਖ ਸਕਦਾ ਸੀ। ਪਰ ਉਹਦਾ ਇਹ ਲਹਿਜਾ, ਇਸ ਤਰੀਕੇ ਨਾਲ ਜਲੀਲ ਕਰਨਾ, ਜੇਕਰ ਤੈਨੂੰ ਆਰਡਰ ਨਹੀਂ ਪੜ੍ਹਨਾ ਆਇਆ ਤਾਂ ਤੈਨੂੰ ਕਿਸੇ ਨੇ ਗਾਲਾਂ ਦਾ ਅਖਤਿਆਰ ਤੈਨੂੰ ਕਿਹਨੇ ਦਿੱਤਾ ਕੱਢਣ ਦਾ? ਕੀ ਇਹਨਾਂ ਦੇ ਮਦਰ ਜਿਹੜੇ ਨੇ ਉਹ ਵਿਚਾਰੇ ਹਾਰਟ ਦੇ ਪੇਸ਼ੈਂਟ ਨੇ, 2 ਮਹੀਨੇ ਪਹਿਲਾਂ ਸਰਜਰੀ ਕਰਾਈ ਹੈ, ਉਹਨਾਂ ਨੇ ਇਹ ਵੀ ਕਿਹਾ ਵੀ ਮੈਨੂੰ ਪੈਨਿਕ ਅਟੈਕ ਹੋ ਰਿਹਾ। ਭੈਣ ਬੈਠੇ ਨੇ ਨਾਲ, ਇੱਥੇ ਗਵਾਹ ਬੈਠੇ ਨੇ ਮੇਰੇ, ਉਹਨਾਂ ਨੇ ਕਿਹਾ ਪੈਨਿਕ ਅਟੈਕ ਹੋ ਰਿਹਾ, ਉਹਨੇ ਉਹਦੀ ਵੀ ਕੋਈ ਪਰਵਾਹ ਨਹੀਂ ਕੀਤੀ। ਕੀ ਫਿਰ ਇਹ ਬੱਚੀ ਜਦੋਂ ਸ਼ਾਮ ਨੂੰ ਘਰ ਆਈ, ਕੀ ਇਹ ਬੱਚੀਆਂ ਕਿੰਨੇ ਕੁ ਸੁਸਾਈਡ ਕਰਾਓਗੇ?
ਫਿਰ ਆਪਾਂ ਕਹਿੰਦੇ ਆ ਫਿਰ ਆਪਾਂ ਭੱਜਦੇ ਆ ਘਰਾਂ ਚੋਂ। ਫਿਰ ਹਜੇ ਤੱਕ ਮੇਰੇ ਕੋਲ 2-4 ਅਫਸਰ ਨੇ ਪੰਜਾਬ ਪੁਲਿਸ ਜਿਹੜੇ ਇਸ ਟਾਈਮ ਬੜੇ ਮਸ਼ਹੂਰ ਹੋਏ ਨੇ, ਅੱਜ ਤੱਕ ਉਹ ਬੰਦੇ ਕਿਉਂ ਹੁਣ ਤੁਸੀਂ ਅੰਡਰਗਰਾਊਂਡ ਹੋਏ ਫਿਰਦੇ ਹੋ? ਕਿਉਂ ਨਹੀਂ ਤੁਸੀਂ ਜਦੋਂ ਆਮ ਲੋਕਾਂ ਦੀ ਤੁਸੀਂ ਅਰੈਸਟਾਂ ਪਾਉਂਦੇ ਹੋ, ਕੀ ਗੱਲ ਪੰਜਾਬ ਪੁਲਿਸ ਉਹਨਾਂ ਦੀ ਅਰੈਸਟ ਕਿਉਂ ਨਹੀਂ ਪਾ ਰਹੀ? ਉਹਨਾਂ ਦੀਆਂ ਲੋਕੇਸ਼ਨਸ ਨਹੀਂ ਪਤਾ ਲੱਗ ਰਹੀਆਂ ਵੀ ਉਹਨਾਂ ਦੇ ਮੋਬਾਈਲ ਲੋਕੇਸ਼ਨਸ ਕਿੱਥੋਂ ਬੋਲਦੀਆਂ ਨੇ? ਸੋ ਮੈਂ ਗੱਲ ਕਰਦਾ ਵੀ ਬੜੀ ਸੁਧਰਨ ਦੀ ਲੋੜ ਏ। ਇਹ ਬਿਲਕੁਲ ਠੀਕ ਹੈ ਵੀ ਸਾਰੇ ਅਸੀਂ ਬੰਦਿਆਂ ਨੂੰ ਅਸੀਂ ਇੱਕ ਤੱਕੜੀ 'ਚ ਨਹੀਂ ਪਾਉਣਾ, ਪਰ ਮੈਂ ਗੱਲ ਕਰਦਾ ਇਹ ਕੋਈ ਮੈਟਰ ਨਹੀਂ ਹੈਗਾ ਵੀ ਜਿਹੜੇ ਨਵੇਂ ਆਏ ਨੇ ਉਹ ਬੜੇ ਵਧੀਆ ਨੇ, ਪੁਰਾਣੇ ਬੜੇ ਮਾੜੇ ਨੇ। ਨਹੀਂ, ਨਵੇਂ ਵੀ ਮਾੜੇ ਨੇ ਤੇ ਪੁਰਾਣੇ ਵੀ ਬਹੁਤ ਵਧੀਆ ਨੇ, ਆਪਾਂ ਇਕੁਅਲ ਨਹੀਂ ਰੱਖ ਸਕਦੇ। ਸੋ ਮੈਂ ਇੱਕੋ ਹੀ ਗੱਲ ਕਹਿ ਕੇ ਮੈਂ ਗੱਲ ਨੂੰ ਖਤਮ ਕਰਾਂਗਾ ਕਿ ਜ਼ਿੰਮੇਵਾਰ ਨਾਲ ਜਿਹੜਾ ਬਿਹੇਵੀਅਰ ਇਹ ਅਡਾਪਟ ਕਰਨਾ ਪਏਗਾ। ਸੈਂਸਿਟਿਵ ਮਾਮਲੇ ਨੇ ਬੱਚਿਆਂ ਦੇ, ਇਨ ਫਿਊਚਰ ਖੜਾ ਹੈ। ਮਾਸਟਰਸ ਇਹਨਾਂ ਨੇ ਕੀਤੀ ਹੈ ਹਿਊਮਨ ਰਾਈਟਸ, ਮਨੁੱਖੀ ਅਧਿਕਾਰਾਂ ਦੇ ਉੱਪਰ, ਤੇ ਜੇਕਰ ਇਹੋ ਜਿਹੇ ਬੰਦਿਆਂ ਨੂੰ ਵੀ ਇਨਸਾਫ ਨਾ ਮਿਲਿਆ ਤਾਂ ਫਿਰ ਮੈਨੂੰ ਲੱਗਦਾ ਵੀ ਸਾਡੀ ਵੀ ਵਕਾਲਤ, ਸਾਨੂੰ ਵੀ ਕਿਤੇ ਨਾ ਕਿਤੇ ਇਹ ਸਵਾਲ ਹੈ ਬਹੁਤ ਵੱਡਾ ਵੀ ਇਸ ਬੱਚੀ ਨੂੰ ਅਸੀਂ ਵੀ ਇਨਸਾਫ ਦਿਵਾਉਣ ਦੇ ਵਿੱਚ ਕੋਈ ਕਸਰ ਦੋਵੇਂ ਭਰਾ ਨਹੀਂ ਛੱਡ। ਮੈਂ ਨਾ ਇੱਕ ਚੀਜ਼ ਹੋਰ ਤੁਹਾਨੂੰ ਦੱਸੂਗਾ ਭਾਜੀ, ਕਿਤੇ ਨਾ ਕਿਤੇ ਇੱਕ ਮੈਨੂੰ ਕਮੀ ਹੋਰ ਲੱਗ ਰਹੀ ਹੈ। CRPC ਜਿਹੜਾ ਸਾਡਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ, ਉਹਦੇ 'ਚ ਸਿਸਟਮ ਨੂੰ ਪ੍ਰੋਸੀਜਰ ਚਲਾਉਣਾ ਕਿੰਨੇ ਹੈ? ਉਹ ਕੋਰਟਸ ਨੇ ਚਲਾਉਣਾ ਹੈ। ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਮਾਨਯੋਗ ਪੁਲਿਸ ਹੈ, ਇਹਨਾਂ ਦਾ ਕਿਤੇ ਨਾ ਕਿਤੇ ਇਹਨਾਂ ਦੀ ਕਲਾਸਿਸ ਇਹ ਵੀ ਦੇਣ ਵਾਲੀਆਂ ਨੇ ਕਿ ਖਾਕੀ ਵਰਦੀ ਜਿਹੜੀ ਜੱਜਿਸ ਦੀ ਜਾਂ ਸਾਡੀ ਜੁਡੀਸ਼ਰੀ ਦੀ ਵਰਦੀ ਹੈ ਉਹਦੇ ਤੋਂ ਉੱਪਰ ਨਹੀਂ ਹੈਗੀ। ਇਹ ਸਮਝ ਲਓ ਇਸ ਗੱਲ ਨੂੰ। ਉਹਨੂੰ ਲੱਗਦਾ ਸ਼ਾਇਦ ਵੀ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਘਾਟ, ਸਮਝਦੇ ਨੇ ਆਪਣੇ ਆਪ, ਕਿਤੇ ਨਾ ਕਿਤੇ ਘਾਟ ਹੈ। ਇਹ ਸੁਧਾਰਨ ਦੀ ਲੋੜ ਹੈ, ਇਹਨਾਂ ਨੂੰ ਦੱਸਣਾ ਪਏਗਾ। ਬਿਲਕੁਲ, ਕਿਉਂਕਿ ਜਦੋਂ ਤੱਕ ਕਾਨੂੰਨ ਦੇ ਮੁਤਾਬਕ ਸਿਸਟਮ ਨਹੀਂ ਚੱਲਦਾ ਤੇ ਰੋਸ਼ ਜੇ ਕਹੀਏ ਕਿ ਵਕੀਲ ਆਖਰ ਜਦੋਂ ਇੱਥੇ ਤੱਕ ਕਹਿਆ ਜਾ ਸਕਦਾ ਕਿ ਭਾਵੁਕ ਹੋ ਕੇ ਗੱਲ ਕਰਦੇ ਨੇ, ਉਹਦੇ 'ਚ ਲਾਜ਼ਮੀ ਜੀ ਗੱਲ ਇਹ ਹੈ ਕਿਉਂਕਿ ਅੱਗੇ ਭੈਣ ਨੇ ਤਾਂ ਕਹੀ ਦਿੱਤਾ ਵੀ ਜਦੋਂ CCTV ਫੁਟੇਜ ਕਢਾ ਲਓ ਤੇ ਉਹ ਤੋਂ ਪਤਾ ਲੱਗ ਜੂਗਾ ਐਸੀ ਗਲਤ ਜਾਂ ਉਹ ਗਲਤ, ਜਾਂ ਫਿਰ ਜਦੋਂ ਅਸੀਂ ਆਪ ਇੱਕ ਨੋਰਮਲ ਜਿਵੇਂ ਆਮ ਤੌਰ ਤੇ ਕਹਿੰਦੇ ਨੇ ਵੀ ਕੋਰਟ ਨੇ ਕਹਿਤਾ ਆਰਡਰ ਬੰਦਾ ਜਾ ਕੇ ਫੜਾਇਆ ਹੁੰਦਾ ਵੀ ਉਹ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਕੀ ਜ਼ਲਾਲਤ ਹੋਈ ਹੈ ਸਮਝੀ ਜਾ ਸਕਦੀ ਹੈ। ਤੇ ਹੁਣ ਇੰਤਜ਼ਾਰ ਰਹੂਗਾ ਇਸ ਚੀਜ਼ ਦਾ ਕਿ ਜਿਵੇਂ ਇਹਨਾਂ ਨੇ ਸ਼ਿਕਾਇਤ ਭੇਜੀ ਹੈ ਕਿ ਮੁੱਖ ਮੰਤਰੀ ਤੇ ਉਦੋਂ ਬਾਅਦ ਦੇ ਵਿੱਚ DGP ਦੋਹਾਂ ਦੇ ਵੱਲੋਂ ਕੀ ਕਾਰਵਾਈ ਹੁੰਦੀ ਹੈ, ਤਾਂ ਕਿ ਅੱਗੇ ਨੂੰ ਕੋਈ ਹੋਰ ਪੁਲਿਸ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਆ, ਕਿਉਂਕਿ ਚੰਗੇ ਵੀ ਬਥੇਰੇ ਨੇ, ਅਸੀਂ ਤਸਵੀਰਾਂ ਦੇਖਦੇ ਹਾਂ ਲਗਾਤਾਰ, ਪਰ ਮਾੜਿਆਂ ਦੀ ਗਿਣਤੀ ਵੀ ਘੱਟ ਨਹੀਂ ਹੈਗੀ। ਸੀਨੀਅਰ ਵੀਡੀਓ ਜਰਨਲਿਸਟ ਵਿੰਤੇਜ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।